ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਸੋਰਠ ਕੀ ਵਾਰ ਦੀ ਵਿਚਾਰ ਆਪਸ ਵਿੱਚ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 14 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 15ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 648 ਤੇ ਅੰਕਿਤ ਹੈ। 648 ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧੁਲੇ, ਅਵਰੇ ਕਰਮ ਕਮਾਹੇ ਜਮਦਰ ਬੱਧੇ ਮਾਰੀਏ ਹੈ, ਫਿਰ ਵਿਸ਼ਟਾ ਮਾਹੇ ਪਚਾਹੇ। ਇਸ ਪਾਵਨ ਸ਼ਲੋਕ ਰਾਹੀਂ ਗੁਰਦੇਵ ਪਾਤਸ਼ਾਹ ਜੀ ਮਨੁੱਖ ਮਾਤਰ ਦੇ ਦੁੱਖਾਂ ਦਾ ਕਾਰਨ ਦੱਸ ਰਹੇ ਨੇ ਔਰ ਜੋ ਆਮ ਮਨੁੱਖ ਭੁੱਲ ਕਰ ਰਿਹਾ ਹੈ ਉਸ ਭੁੱਲ ਨੂੰ ਸਾਡੇ ਸਾਹਮਣੇ ਰੱਖਿਆ ਹੈ। ਅਗਿਆਨਤਾ ਕਾਰਨ ਜੋ ਵੀ ਇਨਸਾਨ ਭੁੱਲਾਂ ਕਰ ਰਹੇ ਨੇ ਉਹ ਸਾਡੇ ਸਾਹਮਣੇ ਰੱਖੀਆਂ ਨੇ। ਨਾਨਕ ਨਾਮ ਨਾ ਚੇਤਨੀ, ਚੇਤਨੀ ਦਾ ਮਤਲਬ ਯਾਦ ਰੱਖਣਾ, ਯਾਦ ਨਹੀਂ ਕਰਦੇ, ਯਾਦ ਨਹੀਂ ਰੱਖਦੇ। ਨਾਮ ਦਾ ਮਤਲਬ ਰੱਬੀ ਹੁਕਮ, ਰੱਬੀ ਗੁਣ। ਅਗਿਆਨੀ ਅੰਧਲੇ ਦਾ ਮਤਲਬ ਅਗਿਆਨ ਦੇ ਕਾਰਨ ਅੰਨੇ ਹੋਏ ਲੋਕ, ਬੇਸਮਝ ਲੋਕ। ਅਵਰੇ ਕਰਮ ਕਮਾਹੇ ਦਾ ਮਤਲਬ ਹੋਰ ਕੰਮ ਕਰਦੇ ਨੇ। ਗੁਰੂ ਜੀ ਕਹਿੰਦੇ ਹਨ ਕਿ ਇਹ ਨਾਨਕ, ਬੇਸਮਝ ਅਗਿਆਨੀ ਇਨਸਾਨ ਰੱਬੀ ਗੁਣਾਂ ਨੂੰ ਨਹੀਂ ਚੇਤਦੇ, ਰੱਬੀ ਗੁਣਾਂ ਨੂੰ ਚੇਤੇ ਵਿੱਚ ਨਹੀਂ ਵਸਾਉਂਦੇ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਨਹੀਂ ਬਿਤਾਉਂਦੇ। ਅਵਰੇ ਕਰਮ ਕਮਾਹੇ, ਹੋਰ ਕੰਮ ਕਰਦੇ ਫਿਰਦੇ ਨੇ। ਰੱਬੀ ਗੁਣਾਂ ਤੋਂ ਉਲਟ, ਰੱਬੀ ਗੁਣਾਂ ਨੂੰ ਛੱਡ ਕੇ ਹੋਰ ਕਰਮ ਕਰਦੇ ਫਿਰਦੇ ਨੇ। ਜਿਵੇਂ ਸਤ ਸੰਤੋਖ ਦਇਆ ਧਰਮ ਆਦਿਕ ਨੂੰ ਛੱਡ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਗੈਰਾ ਹੋਰ ਪਾਪ ਅਪਰਾਧ ਇਹ ਕਰਮ ਕਰਦੇ ਫਿਰਦੇ ਨੇ। ਦੂਜੀ ਗੱਲ, ਰੱਬੀ ਰਜ਼ਾ ਵਿੱਚ ਤੁਰਨ ਦੀ ਬਜਾਏ, ਗੁਣਾਂ ਦੇ ਧਾਰਨੀ ਹੋਣ ਦੀ ਬਜਾਏ ਬਾਕੀ ਹੋਰ ਕਰਮਕਾਂਡ ਬਹੁਤ ਕਰਦੇ ਨੇ, ਜਿਨ੍ਹਾਂ ਕਰਮਕਾਂਡਾਂ ਨੂੰ ਆਪਾਂ ਰੋਜ਼ ਕਰੀਬ ਗਿਣ ਰਹੇ ਹਾਂ, ਜੋ ਧਰਮ ਦੇ ਨਾਮ ਦੇ ਉੱਤੇ ਮਿੱਥੇ ਹੋਏ ਵਿਅਰਥ ਦੇ ਕਰਮ ਨੇ, ਜਿਨ੍ਹਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਲਾਭ ਨਹੀਂ ਹੈ। ਜਿਵੇਂ ਆਮ ਕਰਕੇ ਤੀਰਥ ਯਾਤਰਾਵਾਂ ਨੇ, ਜਾਂ ਇਸ ਸੰਸਾਰ ਦਾ ਤਿਆਗ ਹੈ, ਜਾਂ ਵਿਖਾਵੇ ਦੀਆਂ ਸਮਾਧੀਆਂ ਲਾਣੀਆਂ ਨੇ, ਜਾਂ ਵਰਤ ਨਰਾਤੇ ਆਦਿਕ ਨੇ, ਜਾਂ ਹੋਰ ਇਹੋ ਜਿਹੇ ਬਹੁਤ ਸਾਰੇ ਕਰਮ ਕਾਂਡ ਨੇ। ਉਹ ਕਰਮ ਕਾਂਡ ਲੋਕ ਕਮਾ ਰਹੇ ਨੇ ਤੇ ਉਹਦਾ ਰਿਜ਼ਲਟ ਕੀ ਨਿਕਲਦਾ ਹੈ? ਰੱਬੀ ਰਜ਼ਾ ਨੂੰ ਨਾ ਸਮਝਣਾ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਨਾ ਜੀਣੀ, ਗੁਣਾਂ ਦੇ ਧਾਰਨੀ ਨਾ ਹੋਣਾ ਤੇ ਹੋਰ ਕਰਮ ਕਰੀ ਜਾਣੇ। ਉਹਦਾ ਰਿਜ਼ਲਟ ਕੀ ਨਿਕਲਦਾ ਹੈ? ਜਮਦਰ ਬੱਧੇ ਮਾਰੀਆਂ ਹੈ। ਮਾਰੀਆਂ ਦਾ ਮਤਲਬ ਮਾਰੇ ਜਾਂਦੇ ਨੇ, ਬੱਧੇ ਦਾ ਮਤਲਬ ਬੰਨੇ ਹੋਏ, ਜਮਦਰ ਦਾ ਮਤਲਬ ਜਮਾਂ ਦੇ ਦਰ ਤੇ। ਹੁਣ ਜਮਾਂ ਦਾ ਦਰ ਕਿਹੜਾ ਹੈ? ਵਿਕਾਰ, ਆਤਮਕ ਮੌਤ। ਵਿਕਾਰਾਂ ਦੇ ਅੰਦਰ ਬੱਝੇ ਹੋਏ ਆਤਮਕ ਮੌਤੇ ਮਰਦੇ ਨੇ। ਮਾਰੀਆਂ ਦਾ ਮਤਲਬ ਮਾਰੇ ਜਾਂਦੇ, ਦੁੱਖ ਸਹਾਰਦੇ ਨੇ। ਵਿਕਾਰਾਂ ਦੇ ਬੱਧੇ ਹੋਏ ਆਤਮਕ ਮੌਤੇ ਮਰ ਜਾਂਦੇ ਨੇ। ਫਿਰ ਵਿਸ਼ਟਾ ਮਾਹੇ ਪਚਾਹੇ। ਵਿਸ਼ਟਾ ਦਾ ਮਤਲਬ ਇੱਥੇ ਹੈ ਵਿਕਾਰ। ਵਿਕਾਰ ਰੂਪ ਵਿਸ਼ਟਾ ਦੇ ਅੰਦਰ ਪਚਾਹੇ ਦਾ ਮਤਲਬ ਪੈ ਰਹਿੰਦੇ ਨੇ, ਸੜਦੇ ਰਹਿੰਦੇ। ਜਿਵੇਂ ਵਿਸ਼ਟਾ ਦੇ ਕੀੜੇ ਵਿਸ਼ਟਾ ਵਿੱਚ ਕੁਰਬਲ ਕਰਦੇ ਨੇ, ਤਿਵੇਂ ਜੋ ਅਗਿਆਨੀ ਬੇਸਮਝ ਲੋਕ ਨੇ, ਰੱਬੀ ਗੁਣਾਂ ਨੂੰ ਛੱਡ ਕੇ, ਰੱਬੀ ਰਜ਼ਾ ਨੂੰ ਛੱਡ ਕੇ ਵਿਕਾਰਾਂ ਦੇ ਅੰਦਰ ਖੱਪਦੇ ਨੇ ਔਰ ਵਿਕਾਰਾਂ ਦੇ ਵਿੱਚ ਬੱਧੇ ਹੋਏ ਦੁੱਖ ਸਹਾਰਦੇ ਨੇ ਅਤੇ ਆਤਮਕ ਮੌਤੇ ਮਰ ਜਾਂਦੇ ਨੇ। ਮਹਿਲਾ ਤੀਜਾ। ਨਾਨਕ ਸਤਿਗੁਰ ਸੇਵਹਿ ਆਪਣਾ, ਸੇ ਜਨ ਸੱਚੇ ਪ੍ਰਵਾਨ। ਹੁਣ ਦੱਸ ਰਹੇ ਨੇ ਕਿ ਇਸ ਸੰਸਾਰ ਦੇ ਅੰਦਰ ਆਉਣਾ ਪ੍ਰਵਾਨ ਕਿਹਦਾ ਹੈ, ਆਉਣਾ ਸਫਲ ਕਿਹਦਾ ਹੈ। ਜਾਂ ਜੇ ਕੋਈ ਆਦਮੀ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦਾ ਹੈ, ਜੀਵਨ ਦੇ ਸਹੀ ਰਾਸਤੇ ਤੇ ਤੁਰਨਾ ਚਾਹੁੰਦਾ ਹੈ, ਤਾਂ ਉਹਦੇ ਵਾਸਤੇ ਰਾਹ ਕਿਹੜਾ? ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਜੋ ਆਪਣੇ ਸਤਿਗੁਰ ਦੀ ਦੱਸੀ ਕਾਰ ਕਰਦੇ ਨੇ। ਸੇਵੇਂ ਦਾ ਮਤਲਬ ਸਤਿਗੁਰ ਦੀ ਦੱਸੀ ਕਾਰ ਕਰਦੇ ਨੇ, ਯਾਨੀ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਨੇ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਂਦੇ ਨੇ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਜੀਵਨ ਜੀਂਦੇ ਨੇ,
ਸੇ ਜਨ ਸੱਚੇ ਪ੍ਰਵਾਨ, ਉਹ ਇਨਸਾਨ ਸੱਚੇ ਨੇ, ਉਹ ਇਨਸਾਨ ਸਚਿਆਰ ਨੇ, ਔਰ ਉਹੀ ਇਸ ਸੰਸਾਰ ਦੇ ਉੱਤੇ ਔਰ ਪ੍ਰਭੂ ਦੇ ਦਰ ਤੇ ਕਬੂਲ ਨੇ। ਯਾਨੀ ਉਹਨਾਂ ਦਾ ਜੀਣਾ ਸਫਲਾ ਹੈ, ਉਹਨਾਂ ਦਾ ਜੀਵਨ ਸਫਲਾ ਹੈ, ਉਹਨਾਂ ਦਾ ਜੀਵਨ ਮਹਾਨ ਹੈ। ਉਹ ਸੰਸਾਰ ਨੂੰ ਵੀ ਪ੍ਰਵਾਨ ਨੇ, ਨਿਰੰਕਾਰ ਦੇ ਦਰ ਤੇ ਵੀ ਪ੍ਰਵਾਨ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਕਾਰ ਕਰਦੇ ਨੇ। ਹਰ ਕੈ ਨਾਏ ਸਮਾਏ ਰਹੇ, ਚੂਕਾ ਆਵਣ ਜਾਣ। ਹਰ ਕੈ ਨਾਏ ਦਾ ਮਤਲਬ, ਨਾਮ ਦਾ ਮਤਲਬ ਹੁਕਮ, ਹਰ ਕੈ ਨਾਏ ਦਾ ਮਤਲਬ ਰੱਬ ਦੇ ਹੁਕਮ ਦੇ ਰਾਹੀਂ, ਸਮਾਏ ਰਹੇ ਦਾ ਮਤਲਬ ਰੱਬ ਦੇ ਵਿੱਚ ਹੀ ਉਹ ਸਮਾਏ ਰਹਿੰਦੇ। ਚੂਕਾ ਆਵਣ ਜਾਣ, ਆਵਣ ਜਾਣ ਦਾ ਮਤਲਬ ਹੈ ਇੱਥੇ ਭਟਕਣਾ, ਆਉਣਾ ਜਾਣਾ, ਆਉਣਾ ਜਾਣਾ, ਭਟਕਣਾ। ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ, ਉਹਨਾਂ ਦਾ ਆਉਣਾ ਜਾਣਾ ਮੀਨਸ ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ, ਉਹਨਾਂ ਦਾ ਮਨ ਸੱਚ ਦੇ ਅੰਦਰ ਸਦਾ ਲਈ ਟਿਕ ਜਾਂਦਾ ਹੈ। ਜੋ ਆਮ ਬਹੁ ਗਿਣਤੀ ਲੋਕ ਨੇ ਨਾ, ਆਮ ਬਹੁ ਗਿਣਤੀ, ਸਾਰਿਆਂ ਦੀ ਗੱਲ ਨਹੀਂ ਹੈ, ਬਹੁ ਗਿਣਤੀ, ਉਹਨਾਂ ਦੇ ਜੀਵਨ ਦਾ ਕੋਈ ਗੋਲ ਨਹੀਂ ਹੁੰਦਾ। ਤੇ ਜਿਸ ਦੇ ਜੀਵਨ ਦਾ ਕੋਈ ਗੋਲ ਨਹੀਂ ਹੈ, ਉਹ ਇਨਸਾਨ ਭਟਕਣਾ ਦੇ ਵਿੱਚ ਹੀ ਹੈ। ਜਿਵੇਂ ਆਪਾਂ ਪਹਿਲਾਂ ਬਹੁਤ ਵਾਰੀ ਵਿਚਾਰ ਕੀਤੀ ਹੈ ਕਿ ਸਾਡੀ ਜ਼ਿੰਦਗੀ ਦਾ ਗੋਲ ਕੀ ਹੈ। ਹੁਣ ਮੇਰੀ ਜ਼ਿੰਦਗੀ ਦਾ ਗੋਲ ਕੀ ਹੈ ਕਿ ਮੇਰੀ ਵਰਡਿੰਗ ਕੈਸੀ ਹੋਵੇ, ਮੇਰੀ ਮਾਨਸਿਕਤਾ ਕੈਸੀ ਹੋਵੇ, ਮੇਰੀ ਬੌਧਿਕਤਾ ਕੈਸੀ ਹੋਵੇ, ਮੈਂ ਸਰੀਰਕ ਤੌਰ ਤੇ ਕੈਸੀ ਜ਼ਿੰਦਗੀ ਜੀਣੀ ਹੈ, ਪਰਿਵਾਰਕ ਜੀਵਨ ਮੇਰਾ ਕੈਸਾ ਹੋਵੇ, ਰਾਜਨੀਤਿਕ, ਧਾਰਮਿਕ, ਆਰਥਿਕ ਜੀਵਨ ਮੇਰਾ ਕੈਸਾ ਹੋਵੇ। ਮੇਰਾ ਕੋਈ ਗੋਲ ਹੀ ਨਹੀਂ ਹੈ। ਤੇ ਜਦੋਂ ਮੇਰੀ ਜ਼ਿੰਦਗੀ ਦਾ ਕੋਈ ਗੋਲ ਨਹੀਂ, ਕੋਈ ਏਮ ਨਹੀਂ, ਤਾਂ ਫਿਰ ਮੈਂ ਐਵੇਂ ਹੀ ਭਟਕਦਾ ਫਿਰਾਂਗਾ, ਕਦੇ ਮਨ ਕਿਸੇ ਪਾਸੇ, ਕਦੇ ਮਨ ਕਿਸੇ ਪਾਸੇ, ਕਦੇ ਮਨ ਕਿਸੇ ਪਾਸੇ। ਲੇਕਿਨ ਹਰ ਕੈ ਨਾਏ ਸਮਾਏ ਰਹੇ, ਜੋ ਰੱਬੀ ਹੁਕਮ ਦੇ ਵਿੱਚ ਤੁਰਦੇ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਗੋਲ ਬਣਾ ਲਿਆ ਕਿ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ, ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ, ਉਹਨਾਂ ਦਾ ਮਨ ਫਿਰ ਰੱਬੀ ਗੁਣਾਂ ਦੇ ਵਿੱਚ ਹੀ ਸਮਾ ਜਾਂਦਾ ਹੈ, ਰੱਬ ਦੇ ਵਿੱਚ ਹੀ ਸਮਾ ਜਾਂਦਾ ਹੈ, ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਭਟਕਣਾ ਮੁੱਕੇ, ਸਾਨੂੰ ਟਿਕਾਵ ਮਿਲੇ, ਤਾਂ ਸਾਨੂੰ ਆਪਣਾ ਗੋਲ ਬਣਾਉਣਾ ਚਾਹੀਦਾ ਹੈ ਔਰ ਉਸ ਗੋਲ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਤੇ ਉਹ ਗੋਲ ਕੀ ਹੈ, ਆਪਾਂ ਬਹੁਤ ਵਾਰੀ ਵਿਚਾਰ ਕਰ ਚੁੱਕੇ ਹਾਂ। ਮੇਰੀ ਜ਼ਿੰਦਗੀ ਦਾ ਗੋਲ ਕੀ ਹੋਣਾ ਚਾਹੀਦਾ ਹੈ? ਸਚਿਆਰ ਹੋਣਾ, ਕਿ ਉਹ ਸਚਿਆਰਾ ਹੋਈ ਹੈ। ਇਸ ਤੋਂ ਵੱਡਾ ਕੋਈ ਗੋਲ ਹੈ ਹੀ ਨਹੀਂ ਕਿ ਮੈਂ ਮਨ, ਬਚਨ ਔਰ ਕਰਮ ਕਰਕੇ ਸੱਚ ਦਾ ਧਾਰਨੀ ਹੋ ਜਾਵਾਂ। ਜੋ ਮੂਲ ਮੰਤਰ ਦੇ ਅੰਦਰ ਪ੍ਰਭੂ ਦੇ ਗੁਣ ਦੱਸੇ ਨੇ, ਮੈਂ ਉਹਨਾਂ ਗੁਣਾਂ ਦੇ ਅੰਦਰ ਸਮਾ ਜਾਵਾਂ, ਉਹ ਮੇਰੇ ਜੀਵਨ ਦਾ ਗੋਲ ਬਣ ਜਾਏ। ਇਸ ਤੋਂ ਵੱਡਾ ਕੋਈ ਗੋਲ ਨਹੀਂ ਹੈ। ਤਾਂ ਭਟਕਣਾ ਜਿਹੜੀ ਮਨ ਦੀ ਮਿਟ ਜਾਏ। ਪੌੜੀ, ਧਨ ਸੰਪੈ ਮਾਇਆ ਸੰਚੀਐ, ਅੰਤੇ ਦੁਖਦਾਈ। ਮਾਇਆ ਇੱਕ ਸੋਚ ਦਾ ਨਾਮ ਹੈ, ਤੇ ਧਨ ਸੰਪੈ ਦਾ ਮਤਲਬ ਧਨ ਦੌਲਤ, ਸੰਚੀਏ ਦਾ ਮਤਲਬ ਇਕੱਠੀ ਕਰੀਏ। ਜੇ ਮਾਇਆ ਦੇ ਅਧੀਨ ਰਹਿ ਕੇ ਧਨ ਦੌਲਤ ਇਕੱਠੀ ਕਰੀਏ, ਅੰਤੇ ਦੁਖਦਾਈ, ਤਾਂ ਉਹ ਅੰਤ ਨੂੰ ਦੁਖਦਾਈ ਹੀ ਹੁੰਦੀ ਹੈ, ਭਾਵ ਕਿ ਉਹਦੇ ਚੋਂ ਸੁੱਖ ਨਹੀਂ ਉਪਜਦਾ, ਦੁੱਖ ਹੀ ਉਪਜਦਾ ਹੈ। ਹੁਣ ਇੱਥੇ ਚੀਜ਼ ਸਮਝਣ ਵਾਲੀ ਹੈ ਕਿ ਮਾਇਆ ਕੀ ਹੈ। ਵੈਸੇ ਤਾਂ ਅਸੀਂ ਸਪਸ਼ਟ ਆ ਸਾਰੇ ਕਲਾਸ ਵਾਲੇ ਵੀ ਕਹਿਣਾ, ਉਹ ਸੋਚ, ਜੋ ਸੋਚ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਵਿਹਾਰ ਨਹੀਂ ਕਰਨ ਦਿੰਦੀ, ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਹ ਸੋਚ ਜਿਸ ਕਰਕੇ ਸਾਡੀ ਜ਼ਿੰਦਗੀ ਵਿੱਚ ਮੇਰ ਤੇਰ ਦੇ ਵਿਤਕਰੇ ਪੈਦਾ ਹੁੰਦੇ ਨੇ, ਉਹ ਸੋਚ ਮਾਇਆ ਹੈ। ਤੇ ਜੇ ਸੋਚ ਐਸੀ ਹੋਵੇ, ਐਸੀ ਮਾੜੀ ਸੋਚ ਦੇ ਨਾਲ ਜਿੰਨਾ ਮਰਜ਼ੀ ਪੈਸਾ, ਧਨ ਦੌਲਤ, ਸੰਪਦਾ ਇਕੱਠੀ ਕਰ ਲੋ, ਸ਼ਾਂਤੀ ਜ਼ਿੰਦਗੀ ਵਿੱਚ ਆਉਣੀ ਨਹੀਂ ਹੈ। ਉਹ ਧਨ ਸੰਪਦਾ ਵੀ ਦੁਖਦਾਈ ਹੋ ਜਾਏਗੀ, ਦੁੱਖਾਂ ਦਾ ਕਾਰਨ ਬਣੇ। ਆਪ ਤਾਂ ਬੰਦਾ ਅੰਦਰੋਂ ਪਰੇਸ਼ਾਨ ਰਹੇਗਾ ਹੀ ਰਹੇਗਾ। ਤੇ ਐਸੀ ਸੋਚ ਦੇ ਨਾਲ ਜੋ ਬੰਦਾ ਧਨ ਦੌਲਤ ਇਕੱਠੀ ਕਰੇਗਾ ਨਾ, ਉਹ ਠੱਗੀਆਂ ਮਾਰੇਗਾ, ਬੇਈਮਾਨੀਆਂ ਕਰੇਗਾ, ਮਿਲਾਵਟ ਕਰੇਗਾ, ਰਿਸ਼ਵਤ ਲਏਗਾ, ਬਿਗਾਨੇ ਹੱਕ ਦਬਾਏਗਾ। ਤੇ ਜਿਨ੍ਹਾਂ ਦੇ ਉਹ ਹੱਕ ਖਾਏਗਾ, ਜਿਨ੍ਹਾਂ ਤੋਂ ਉਹ ਰਿਸ਼ਵਤ ਲਏਗਾ, ਕੀ ਉਹ ਲੋਕ ਦੁਖੀ ਨਾ ਹੋਣਗੇ? ਦੁਖੀ ਹੋਣਗੇ ਨਾ। ਤਾਂ ਮਾਇਆ ਵਾਲੀ ਬਿਰਤੀ ਦੇ ਨਾਲ ਜੋ ਕੀਤੀ ਹੋਈ ਧਨ ਦੌਲਤ ਇਕੱਠੀ ਹੈ, ਇਕੱਠੀ ਕਰਨ ਵਾਲਾ ਵੀ ਅਸ਼ਾਂਤ ਹੈ, ਤੇ ਉਹ ਦੂਜਿਆਂ ਦੇ ਅੰਦਰ ਵੀ ਅਸ਼ਾਂਤੀ ਪੈਦਾ ਕਰਦਾ ਹੈ। ਆਖਿਰ ਨੂੰ ਐਸੀ ਜ਼ਿੰਦਗੀ ਦੁਖਦਾਈ ਹੀ ਹੁੰਦੀ ਹੈ, ਉਹਦੇ ਚੋਂ ਸ਼ਾਂਤੀ, ਸੁੱਖ ਨਹੀਂ ਉਪਜਦੇ, ਜੇ ਮਾਇਆ ਵਾਲੀ ਸੋਚ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਹੈ।
ਘਰ ਮੰਦਰ ਮਹਿਲ ਸਵਾਰੀਆਂ ਹੈ, ਕਿਛ ਸਾਥ ਨਾ ਜਾਈ। ਹੁਣ ਮਾਇਆ ਵਾਲੀ ਸੋਚ ਹੈ, ਔਰ ਮਾਇਆ ਵਾਲੀ ਸੋਚ ਕਰਕੇ ਜੇ ਕੋਈ ਘਰ ਮੰਦਰ ਤੇ ਮਹਿਲ ਸਵਾਰੇ ਬਣਾਏ, ਪਰ ਇਹਨਾਂ ਦੇ ਵਿੱਚੋਂ ਆਤਮਿਕ ਜੀਵਨ ਵਿੱਚ ਤਾਂ ਕੋਈ ਵੀ ਸਾਥ ਨਹੀਂ ਦਿੰਦਾ। ਕੋਈ ਮਹਿਲ ਮਾੜੀਆਂ ਬੰਦੇ ਦੇ ਅੰਦਰ ਇਨਸਾਨੀਅਤ ਪੈਦਾ ਥੋੜਾ ਕਰਦੀਆਂ ਨੇ, ਸ਼ਾਂਤੀ ਪੈਦਾ ਥੋੜੀ ਕਰਦੀਆਂ ਨੇ। ਮਹਿਲ ਮਾੜੀਆਂ ਇਨਸਾਨੀਅਤ ਪੈਦਾ ਨਹੀਂ ਕਰਦੀਆਂ, ਇਨਸਾਨੀਅਤ ਪੈਦਾ ਕਰਦੇ ਨੇ ਰੱਬੀ ਗੁਣ। ਰੱਬ ਦੀ ਰਜ਼ਾ ਵਿੱਚ ਤੋਂ ਤੁਰਦਾ ਹੈ, ਉਸ ਦੇ ਅੰਦਰ ਆਤਮਿਕ ਜੀਵਨ ਪ੍ਰਫੁੱਲਤ ਹੁੰਦਾ ਹੈ, ਉਹਦੇ ਅੰਦਰ ਇਨਸਾਨੀਅਤ ਪੈਦਾ ਹੁੰਦੀ ਹੈ। ਆਤਮਿਕ ਜੀਵਨ ਵਿੱਚ ਤਾਂ ਮਕਾਨ ਆਦਿਕ ਸਾਥ ਨਹੀਂ ਨਾ ਦਿੰਦੇ, ਕਿ ਕਿਸੇ ਦੇ ਮਹਿਲ ਮਕਾਨ ਬੜੇ ਕੀਮਤੀ ਹੋਣ ਤੇ ਜੇ ਉਹ ਬੰਦਾ ਰਿਸ਼ਵਤ ਲੈ ਤਾਂ ਮਕਾਨਾਂ ਨੇ ਥੋੜਾ ਕਹਿਣਾ ਕਿ ਤੂੰ ਰਿਸ਼ਵਤ ਨਾ ਲੈ। ਅੰਦਰ ਪਏ ਕੀਮਤੀ ਟੀਵੀ ਨੇ ਥੋੜਾ ਕਹਿਣਾ ਕਿ ਜੇ ਤੂੰ ਰਿਸ਼ਵਤ ਲਈ ਤੇ ਮੈਂ ਬੰਦ ਹੋ ਜਾਣਾ ਜਾਂ ਮੈਂ ਆਪਣੀ ਸਕਰੀਨ ਖਤਮ ਕਰ ਦੇਣੀ ਹੈ। ਉਹਨਾਂ ਨੇ ਤੇ ਕੁਝ ਵੀ ਨਹੀਂ ਕਹਿਣਾ। ਜ਼ਮੀਰ ਤੋਂ ਮਰਨ ਤੋਂ ਤਾਂ ਸਾਨੂੰ ਸ਼ੁਭ ਗੁਣਾਂ ਨੇ ਬਚਾਉਣਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਜੇ ਅੰਦਰ ਮਾਇਆ ਵਾਲੀ ਸੋਚ ਟਿਕੀ ਹੋਈ ਹੈ ਤੇ ਫਿਰ ਕੋਈ ਘਰ ਮੰਦਰ ਮਹਿਲਾਂ ਨੂੰ ਵੀ ਸੰਵਾਰਦਾ ਰਹੇ ਤਾਂ ਇਹਨਾਂ ਦੇ ਵਿੱਚੋਂ ਆਤਮਿਕ ਜੀਵਨ ਦੇ ਵਿੱਚ ਕੋਈ ਸਾਥ ਨਹੀਂ ਦਿੰਦਾ। ਗੱਲ ਇੱਥੇ ਮਹਿਲ ਮੰਡਪਾਂ ਦੇ ਵਿਰੋਧ ਵਿੱਚ ਨਹੀਂ ਬੋਲਿਆ ਜਾ ਰਿਹਾ। ਗੱਲ ਤਾਂ ਇਹ ਹੈ ਕਿ ਮਹਿਲ ਮੰਡਪਾਂ ਦੇ ਅੰਦਰ ਜੋ ਰਹਿਣ ਵਾਲਾ ਇਨਸਾਨ ਹੈ ਉਹਦੀ ਸੋਚ ਕੈਸੀ ਹੈ। ਹਰ ਰੰਗੀ ਤੁਰੇ ਨਿਤ ਪਾਲੀਆਂ, ਕਿਤੇ ਕਾਮ ਨਾ ਆਈ। ਰੰਗੀ ਦਾ ਮਤਲਬ ਰੰਗਾ ਰੰਗ ਦੇ, ਤੁਰੇ ਦਾ ਮਤਲਬ ਘੋੜੇ, ਹਰ ਰੰਗੀ ਦਾ ਮਤਲਬ ਹਰੇਕ ਕਿਸਮ ਦੇ। ਕਈ ਰੰਗਾਂ ਦੇ ਘੋੜੇ ਪਾਲੀ ਦੇ ਨੇ, ਲੇਕਿਨ ਕਿਤੇ ਕਾਮ ਨਾ ਆਈ, ਉਹ ਕਿਸੇ ਕੰਮ ਵੀ ਨਹੀਂ ਆਉਂਦੇ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਘੋੜੇ ਨਾ ਰੱਖੋ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਾਰਾਂ ਹੈਲੀਕਾਪਟਰ ਜਾਂ ਜਹਾਜ਼ ਨਾ ਲਓ। ਗੱਲ ਇਹ ਹੈਗੀ ਕਿ ਅੰਦਰ ਕੀ ਹੈ, ਇਨਸਾਨੀਅਤ ਹੈ ਜਾਂ ਨਹੀਂ ਹੈ, ਸੋਚ ਕੈਸੀ ਹੈ। ਤਾਂ ਜੇ ਸੋਚ ਮਾੜੀ ਹੈ ਮਾਇਆ ਵਾਲੀ ਤਾਂ ਫਿਰ ਬੇਸ਼ੱਕ ਕਈ ਰੰਗਾਂ ਦੇ ਕਿਸਮਾਂ ਦੇ ਘੋੜੇ ਪਾਲ ਲਓ, ਆਤਮਿਕ ਜੀਵਨ ਦੇ ਅੰਦਰ ਉਹ ਸਾਥ ਨਹੀਂ ਦਿੰਦੇ। ਹੁਣ ਘੋੜੇ ਆਦਿਕ ਤਾਂ ਔਰੰਗਜ਼ੇਬ ਦੇ ਕੋਲ ਵੀ ਹੋਣਗੇ, ਹਿਟਲਰ ਦੇ ਕੋਲ ਵੀ ਹੋਣਗੇ, ਲੇਕਿਨ ਇਨਸਾਨੀਅਤ ਅੱਜ ਵੀ ਕਿੰਨੇ ਐਸੇ ਲੋਕ ਨੇ ਜਿਨ੍ਹਾਂ ਦੇ ਕੋਲ ਆਪਣੀਆਂ 에ਅਰਲਾਈਨਸ ਨੇ। ਤਾਂ ਜ਼ਰੂਰੀ ਨਹੀਂ ਕਿ ਉਹਨਾਂ ਦੇ ਅੰਦਰ ਇਨਸਾਨੀਅਤ ਵੀ ਹੋਵੇ, ਤੇ ਇਹ ਵੀ ਜ਼ਰੂਰੀ ਨਹੀਂ ਕਿ ਸਾਰੇ ਲੋਕ ਗੈਰ ਇਨਸਾਨੀਅਤ ਵਾਲੇ ਹੋਣ। ਗੱਲ ਤਾਂ ਸਿਰਫ ਸੋਚ ਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਬਹੁ ਰੰਗਾਂ ਦੇ ਘੋੜੇ ਪਾਲੇ ਜਾਣ ਜਾਂ ਤੁਹਾਡੇ ਕੋਲ ਆ ਜਾਣ ਤਾਂ ਫਿਰ ਵੀ ਉਹ ਕਿਸੇ ਕੰਮ ਨਹੀਂ ਆਉਂਦੇ, ਭਾਵ ਕਿ ਆਤਮਿਕ ਜੀਵਨ ਵਿੱਚ ਉਹ ਸਾਥ ਨਹੀਂ ਦਿੰਦੇ ਜੇ ਅੰਦਰ ਇਨਸਾਨੀਅਤ ਪੈਦਾ ਨਹੀਂ ਹੋਈ। ਇਸ ਲਈ ਗੁਰੂ ਜੀ ਕਹਿੰਦੇ ਨੇ ਜਨ ਲਾਭਹੁ ਚਿਤ ਹਰ ਨਾਮ ਸਿਉ। ਹਰ ਨਾਮ ਦਾ ਮਤਲਬ ਇੱਥੇ ਹੈ ਰੱਬ ਦੀ ਸਿਫਤ ਸਲਾਹ, ਰੱਬੀ ਗੁਣ, ਰੱਬੀ ਰਜ਼ਾ। ਇਸ ਲਈ हे ਸੱਜਣੋ, ਰੱਬ ਦੀ ਸਿਫਤ ਸਲਾਹ ਦੇ ਨਾਲ ਆਪਣਾ ਚਿੱਤ ਲਾਓ, ਰੱਬੀ ਗੁਣਾਂ ਦੇ ਨਾਲ ਆਪਣੀ ਸੋਚ ਨੂੰ ਜੋੜੋ, ਰੱਬੀ ਰਜ਼ਾ ਦੇ ਵਿੱਚ ਤੁਰੋ, ਰੱਬੀ ਗੁਣਾਂ ਦੇ ਧਾਰਨੀ ਹੋਵੋ। ਅੰਤ ਹੋਏ ਸਖਾਈ, ਆਖਿਰ ਇਹ ਸ਼ੁਭ ਗੁਣ ਹੀ ਤੁਹਾਡੇ ਸਹਾਇਕ ਹੋਣਗੇ। ਅੰਤ ਨੂੰ ਇਹੀ ਸਾਥੀ ਬਣੇਗਾ, ਰੱਬ ਦਾ ਹੁਕਮ, ਰੱਬ ਦੇ ਗੁਣ, ਇਹੀ ਤੁਹਾਡੇ ਆਖਿਰ ਨੂੰ ਆਤਮਿਕ ਜੀਵਨ ਦੇ ਅੰਦਰ ਸਾਥ ਦੇਣਗੇ। ਹੁਣ ਜੇ ਅੰਦਰ ਸ਼ੁਭ ਗੁਣ ਨੇ, ਮਨ ਬਚਨ ਕਰਮ ਕਰਕੇ ਬੰਦਾ ਸੱਚਾ ਹੈ, ਤਾਂ ਚਾਹੇ ਉਹਦੇ ਕੋਲ ਬੜੀਆਂ ਵੱਡੀਆਂ ਹਵੇਲੀਆਂ ਨੇ, ਚਾਹੇ ਉਹਦੇ ਕੋਲ ਮਹਿਲ ਮੰਡਪ ਮਾੜੀਆਂ ਨੇ, ਉਹਦੇ ਪਾਸ ਘੋੜੇ ਆਦਿਕ ਨੇ, ਬੜੀਆਂ ਸਵਾਰੀਆਂ ਨੇ, ਤਾਂ ਉਹਦੀਆਂ ਸਾਰੀਆਂ ਸਫਲ ਨੇ। ਕਿਉਂ? ਕਿ ਉਹਨੇ ਕੋਈ 2 ਨੰਬਰ ਦਾ ਧੰਦਾ ਨਹੀਂ ਕੀਤਾ ਹੈ, ਉਹਨੇ 10 ਨਵਾਂ ਦੀ ਕਿਰਤ ਕੀਤੀ ਹੈ, ਉਹਨੇ ਦੁਨੀਆ ਦੇ ਅੰਦਰ ਚੰਗੇ ਕਰਮ ਕੀਤੇ ਨੇ। ਤਾਂ ਜੇ ਉਹਦੇ ਅੰਦਰ ਇਨਸਾਨੀਅਤ ਹੈ ਤਾਂ ਉਹਦੇ ਸਾਰੇ ਸਫਲੇ ਨੇ, ਉਹ ਸ਼ਾਂਤ ਹੈ, ਉਹਦਾ ਮਨ ਭਟਕੇਗਾ ਨਹੀਂ। ਪਰ ਦੂਜੇ ਪਾਸੇ ਜੇ ਇੱਕ ਆਦਮੀ ਦੇ ਕੋਲ ਸਾਰਾ ਕੁਝ ਇਹੀ ਹੈ ਪਰ ਉਹਦੇ ਅੰਦਰ ਇਨਸਾਨੀਅਤ ਨਹੀਂ, ਉਹਦੇ ਅੰਦਰ ਸ਼ੁਭ ਗੁਣ ਨਹੀਂ, ਤਾਂ ਉਹ ਦੁਖਦਾਈ ਹੈ, ਉਹ ਨੁਕਸਾਨਦਾਇਕ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ। ਗੁਰਮੁਖ ਦਾ ਮਤਲਬ ਸਤਿਗੁਰੂ ਦੇ ਸਨਮੁਖ ਰਹਿਣ ਵਾਲਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ। ਜੋ ਮਨੁੱਖ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ ਉਹ ਸੁਖ ਪਾਉਂਦਾ ਹੈ। ਤੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਦੀ ਨਿਸ਼ਾਨੀ ਕੀ ਹੈ? ਨਾਮ ਧਿਆਇਆ,
ਉਹ ਨਾਮ ਨੂੰ ਧਿਆਨ ਵਿੱਚ ਵਸਾਉਂਦਾ ਹੈ, ਰੱਬ ਦੇ ਹੁਕਮ ਨੂੰ, ਰੱਬੀ ਗੁਣਾਂ ਨੂੰ, ਰੱਬ ਦੀ ਸਿਫਤ ਸਲਾਹ ਨੂੰ ਉਹ ਆਪਣੇ ਧਿਆਨ ਦਾ ਕੇਂਦਰ ਬਣਾਉਂਦਾ ਹੈ। ਯਾਨੀ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਜੋ ਇਨਸਾਨ ਨਾਮ ਨੂੰ, ਰੱਬੀ ਗੁਣਾਂ ਨੂੰ, ਰੱਬੀ ਹੁਕਮ ਨੂੰ ਆਪਣੇ ਧਿਆਨ ਦਾ ਕੇਂਦਰ ਬਣਾਉਂਦਾ ਹੈ, ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਤੁਰਨ ਵਾਲਾ ਇਨਸਾਨ ਸੁਖ ਪਾ ਲੈਂਦਾ ਹੈ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਅੰਦਰ ਸੁਖ ਸ਼ਾਂਤੀ ਆਏ ਤਾਂ ਸਾਨੂੰ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬੀ ਸਿਫਤ ਸਲਾਹ ਦੇ ਨਾਲ ਜੁੜਨਾ ਚਾਹੀਦਾ ਹੈ, ਰੱਬੀ ਰਜ਼ਾ ਵਿੱਚ ਜੀਵਨ ਗੁਜ਼ਾਰਨਾ ਚਾਹੀਦਾ ਹੈ। ਸ਼ਲੋਕ ਮਹਿਲਾ ਤੀਜਾ, ਬਿਨ ਕਰਮੈ ਨਾਉ ਨਾ ਪਾਈਐ, ਪੂਰੇ ਕਰਮ ਪਾਇਆ ਜਾਏ। ਬਿਨ ਕਰਮੇ, ਕਰਮੇ ਦਾ ਮਤਲਬ ਕਰਮ, ਜੋ ਅਸੀਂ ਕਰਮ ਕਰਦੇ ਹਾਂ, ਉਦਮ। ਬਿਨ ਕਰਮੇ ਨਾਉ ਨਾ ਪਾਈਏ, ਨਾਉ ਦਾ ਮਤਲਬ ਰੱਬ ਦੀ ਸਿਫਤ ਸਲਾਹ। ਬਿਨਾ ਉਦਮ ਤੋਂ ਰੱਬ ਦੀ ਸਿਫਤ ਸਲਾਹ ਨਹੀਂ ਮਿਲਦੀ ਹੈ। ਪੂਰੇ ਕਰਮ ਪਾਇਆ ਜਾਏ, ਪੂਰੇ ਦਾ ਮਤਲਬ ਪੂਰਨਤਾ, ਪੂਰੇ ਕਰਮ ਦਾ ਮਤਲਬ ਪੂਰਾ ਉਦਮ ਕਰਨ ਦੇ ਨਾਲ ਪਾਇਆ ਜਾਂਦਾ ਹੈ। ਯਾਨੀ ਜੋ ਕਰਮਾਂ ਤੋਂ ਬਿਨਾ ਪ੍ਰਭੂ ਦੇ ਹੁਕਮ ਦੀ ਰੱਬੀ ਸਿਫਤ ਸਲਾਹ ਨਹੀਂ ਪਾਈ ਜਾ ਸਕਦੀ, ਔਰ ਪੂਰੇ ਉਦਮ ਦੇ ਨਾਲ ਉਸ ਸਿਫਤ ਸਲਾਹ ਨੂੰ ਪਾਇਆ ਜਾ ਸਕਦਾ ਹੈ। ਯਾਨੀ ਰੱਬ ਦੇ ਗੁਣਾਂ ਵਾਸਤੇ ਸਾਨੂੰ ਉਦਮ ਤਾਂ ਕਰਨਾ ਪਵੇਗਾ ਨਾ। ਜੇ ਸੱਚ ਬੋਲਣ ਲਈ ਕੋਈ ਉਦਮ ਹੀ ਨਾ ਕਰੇ ਤਾਂ ਕਿਵੇਂ ਪਾਓਗੇ? ਸੱਚ ਸਾਡੇ ਸਾਰਿਆਂ ਦੇ ਅੰਦਰ ਹੈ। ਪੂਰੀ ਮਨੁੱਖਤਾ, ਜਿੰਨੇ ਵੀ ਹਿੰਦੂ, ਮੁਸਲਮਾਨ, ਸਿੱਖ ਆਦਿਕ ਨੇ, ਜਾਂ ਜਿੰਨੀਆਂ ਵੀ ਇਸਤਰੀਆਂ, ਪੁਰਸ਼, ਬੱਚੇ, ਜਵਾਨ, ਬਜ਼ੁਰਗ ਨੇ, ਸੱਚ ਤਾਂ ਸਾਰਿਆਂ ਦੇ ਅੰਦਰ ਹੈ। ਸੱਚ ਦਾ ਸਭ ਨੂੰ ਪਤਾ ਹੈ। ਇੱਕ ਵੀ ਇਨਸਾਨ ਐਸਾ ਨਹੀਂ ਜਿਹਨੂੰ ਸੱਚ ਦਾ ਨਾ ਪਤਾ ਹੋ। ਸਾਨੂੰ ਦਇਆ ਦਾ ਪਤਾ ਹੈ, ਖੁਦਇਆ ਦਾ ਪਤਾ ਹੈ, ਝੂਠ ਦਾ ਪਤਾ ਹੈ। ਇਹ ਹਰ ਇਨਸਾਨ ਨੂੰ ਪਤਾ ਹੈ ਕਿ ਚੋਰੀ ਨਹੀਂ ਕਰਨੀ ਚਾਹੀਦੀ, ਝੂਠ ਨਹੀਂ ਬੋਲਣਾ ਚਾਹੀਦਾ, ਸੱਚ ਬੋਲਣਾ ਚਾਹੀਦਾ ਹੈ, ਚੰਗੇ ਕਰਮ ਕਰਨੇ ਚਾਹੀਦੇ ਨੇ, ਪਿਆਰ ਨਾਲ ਰਹਿਣਾ ਚਾਹੀਦਾ ਹੈ, ਕਰੈਕਟਰ ਉੱਚਾ ਸੁੱਚਾ ਰੱਖਣਾ ਚਾਹੀਦਾ। ਸਭ ਨੂੰ ਪਤਾ ਹੈ ਔਰ ਇਹ ਗੁਣ ਸਾਰਿਆਂ ਦੇ ਅੰਦਰ ਮੌਜੂਦ ਨੇ। ਲੇਕਿਨ ਬਹੁਗਿਣਤੀ ਜਿਹੜੀ ਹੈ ਇਹਨਾਂ ਗੁਣਾਂ ਤੋਂ ਵਾਂਝੀ ਹੈ। ਤਾਂ ਗੁਣਾਂ ਤੋਂ ਵਾਂਝੀ ਕਿਉਂ ਹੈ? ਕਿਉਂਕਿ ਉਦਮ ਨਹੀਂ ਹੈ। ਹੁਣ ਮੈਂ ਉਦਮ ਨਹੀਂ ਨਾ ਕਰ ਰਿਹਾ ਸੱਚ ਬੋਲਣ ਦਾ, ਤਾਂ ਹੀ ਸੱਚ ਨਹੀਂ ਨਾ ਪਾ ਸਕਦਾ। ਮੈਂ ਪਿਆਰ ਨਾਲ ਰਹਿਣ ਦਾ ਉਦਮ ਨਹੀਂ ਨਾ ਕਰ ਰਿਹਾ, ਇਸ ਲਈ ਮੈਂ ਪਿਆਰ ਨਹੀਂ ਪਾ ਸਕਿਆ। ਕ੍ਰੋਧ ਦਾ ਮੈਂ ਉਦਮ ਕਰਨਾ, ਮੈਨੂੰ ਮਾੜੀ ਜੀ ਗੱਲ ਕਹਿ ਨਾਲ ਦੇ ਨਾਲ ਮੈਂ ਟੁੱਟ ਕੇ ਪੈ ਜਾਂਦਾ ਤਾਂ ਕ੍ਰੋਧ ਮੈਨੂੰ ਮਿਲ ਜਾਂਦਾ। ਝੂਠ ਬੋਲਣ ਦਾ ਮੈਂ ਉਦਮ ਕਰ ਰਿਹਾ, ਝੂਠ ਮੈਂ ਬੋਲੀ ਜਾ ਰਿਹਾ ਹਾਂ। ਇਸ ਲਈ ਬਿਨਾਂ ਉਦਮ ਤੋਂ ਰੱਬੀ ਸਿਫਤ ਸਲਾਹ ਪ੍ਰਾਪਤ ਨਹੀਂ ਹੁੰਦੀ। ਪੂਰੇ ਉਦਮ ਦੇ ਨਾਲ ਇਹ ਪਾਇਆ ਜਾਂਦਾ ਹੈ। ਲੇਕਿਨ ਪੂਰਾ ਜਿਹੜਾ ਉਦਮ ਹੈ ਉਹ ਵੀ ਠੀਕ ਦਿਸ਼ਾ ਵਿੱਚ ਹੋਣਾ ਚਾਹੀਦਾ। ਜੇ ਉਦਮ ਗਲਤ ਦਿਸ਼ਾ ਵੱਲ ਹੋਏਗਾ ਤਾਂ ਵੀ ਕੰਮ ਗੜਬੜ ਹੋ ਜਾਣਾ। ਕਈ ਵਾਰ ਐਸਾ ਹੁੰਦਾ ਹੈ ਕਿ ਜੋ ਮੈਂ ਕੰਮ ਕਰ ਰਿਹਾ ਉਹ ਮੈਂ ਚੰਗਾ ਸਮਝ ਕੇ ਕਰ ਰਿਹਾ, ਪਰ ਮੈਨੂੰ ਉਹਦੀ ਸਮਝ ਨਹੀਂ ਹੈ ਤੇ ਮੈਂ ਗਲਤੀ ਦੇ ਨਾਲ ਕੁਝ ਗਲਤ ਕਰਦਾ ਜਾ ਰਿਹਾ ਠੀਕ ਸਮਝ ਕੇ। ਇਸ ਲਈ ਐਸਾ ਜੋ ਉਦਮ ਹੈ ਗੁਣਾਂ ਦੇ ਨਾਲ ਜੁੜਨ ਦਾ, ਰੱਬੀ ਰਜ਼ਾ ਦੇ ਵਿੱਚ ਤੁਰਨ ਦਾ, ਉਹ ਗਿਆਨ ਸਾਨੂੰ ਕਿੱਥੋਂ ਮਿਲੇ? ਤਾਂ ਗੁਰੂ ਜੀ ਕਹਿੰਦੇ ਨੇ, ਨਾਨਕ ਨਦਰ ਕਰੇ ਜੇ ਆਪਣੀ, ਤਾਂ ਗੁਰਮਤ ਮੇਲ ਮਿਲਾਏ। ਗੁਰਮਤ ਦਾ ਮਤਲਬ ਗੁਰੂ ਦੀ ਸਿੱਖਿਆ ਵਿੱਚ ਲੀਨ ਕਰਕੇ, ਮੇਲ ਦਾ ਮਤਲਬ ਮੇਲ ਵਿੱਚ, ਮਿਲਾਏ ਦਾ ਮਤਲਬ ਮਿਲਾ ਲੈਂਦਾ। ਪ੍ਰਭੂ ਨਦਰ ਕਰੇ, ਰਹਿਮਤ ਕਰੇ ਤਾਂ ਗੁਰੂ ਦੀ ਮੱਤ ਰਾਹੀਂ ਆਪਣੇ ਮੇਲ ਵਿੱਚ ਮਿਲਾ ਦਿੰਦਾ ਹੈ। ਗੁਰੂ ਦੀ ਮੱਤ ਰਾਹੀਂ, ਦੇਖੋ ਨਦਰ ਔਰ ਗੁਰੂ ਦੀ ਮੱਤ ਇੱਕੋ ਲਾਈਨ ਵਿੱਚ ਦੋਵੇਂ ਚੀਜ਼ਾਂ ਆ ਰਹੀਆਂ। ਰੱਬ ਦੀ ਰਹਿਮਤ ਹੋਏਗੀ, ਗੁਰੂ ਦੀ ਮੱਤ ਦੇ ਧਾਰਨੀ ਬਣਾਂਗੇ। ਗੁਰੂ ਦੀ ਮੱਤ ਦੇ ਧਾਰਨੀ ਬਣਾਂਗੇ, ਰੱਬ ਦੀ ਰਹਿਮਤ ਹੋਏਗੀ। ਦੋਵੇਂ ਇੱਕੋ ਹੀ ਚੀਜ਼ ਨੇ। ਗੁਰੂ ਦੀ ਮੱਤ ਪਾਣਾ ਚਾਹੁੰਦੇ ਹੋ, ਰੱਬ ਦੀ ਰਹਿਮਤ, ਰੱਬ ਦੀ ਰਹਿਮਤ ਪਾਣਾ ਚਾਹੁੰਦੇ ਹੋ, ਗੁਰੂ ਦੀ ਮੱਤ, ਤਾਂ ਜਦੋਂ ਰੱਬ ਰਹਿਮਤ ਕਰਦਾ ਹੈ ਤਾਂ ਗੁਰੂ ਦੀ ਮੱਤ ਰਾਹੀਂ ਆਪਣੇ ਮੇਲ ਵਿੱਚ ਮਿਲਾ ਲੈਂਦਾ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੋ ਉਦਮ ਕਰਨਾ ਹੈ ਗੁਰੂ ਤੋਂ ਮੱਤ ਲੈ ਕੇ, ਗੁਰੂ ਦੇ ਗਿਆਨ ਮੁਤਾਬਕ ਜਦੋਂ ਅਸੀਂ ਉਦਮ ਕਰਾਂਗੇ ਤਾਂ ਫਿਰ ਅਸੀਂ ਉਹਨਾਂ ਗੁਣਾਂ ਦੇ ਨਾਲ ਜਿਹੜੇ ਜੁੜ ਸਕਦੇ ਹਾਂ, ਰੱਬ ਦੀ ਸਿਫਤ ਸਲਾਹ ਪਾ ਸਕਦੇ ਹਾਂ। ਕਿਵੇਂ? ਗੁਰੂ ਦੀ ਮੱਤ ਰਾਹੀਂ। ਮਹਿਲਾ ਪਹਿਲਾ, ਇੱਕ ਦੱਜਹਿ ਇੱਕ ਦੱਬੀਐ, ਇੱਕ ਨਾ ਕੁੱਤੇ ਖਾਹੇ। ਹੁਣ ਇੱਥੇ ਸਾਡੇ ਨਾ ਬਹੁਤ ਵੱਡੇ ਅੰਧ ਵਿਸ਼ਵਾਸ ਜਾਂ ਇੱਕ ਵਹਿਮ ਦਾ ਗੁਰੂ ਜੀ ਖੰਡਨ ਕਰ ਰਹੇ,
ਔਰ ਸਾਨੂੰ ਇੱਕ ਬਹੁਤ ਵੱਡੀ ਸੱਚਾਈ ਦੱਸ ਰਹੇ ਨੇ। ਲੋਕਾਂ ਦੇ ਮਨਾਂ ਦੇ ਅੰਦਰ ਇੱਕ ਵਹਿਮ ਬਣਿਆ ਹੋਇਆ ਸੀ ਔਰ ਅੱਜ ਵੀ ਬਹੁਤਿਆਂ ਦੇ ਮਨਾਂ ਦੇ ਵਿੱਚ ਬਣਿਆ ਹੋਇਆ ਹੈ। ਕੁਝ ਲੋਕ ਇਹ ਸਮਝਦੇ ਨੇ ਕਿ ਅੰਤਮ ਸੰਸਕਾਰ ਜਿਹੜਾ ਨਾ ਬੰਦੇ ਦਾ, ਉਹ ਇਸ ਤਰੀਕੇ ਦੇ ਨਾਲ ਕੀਤਾ ਜਾਏ ਤਾਂ ਉਹ ਬੰਦਾ ਸਵਰਗ ਵਿੱਚ ਚਲਾ ਜਾਂਦਾ ਹੈ। ਜਿਵੇਂ ਜੇ ਅਸੀਂ ਗਰੁੜ ਪੁਰਾਣ ਪੜ੍ਹੀਏ ਤਾਂ ਉਹਦੇ ਵਿੱਚ ਬਹੁਤ ਕੁਝ ਸਾਨੂੰ ਮਿਲਦਾ ਹੈ ਪੜ੍ਹਨ ਨੂੰ, ਜਿਹਦੇ ਵਿੱਚ ਉਹ ਆਮ ਕਰਕੇ ਤੁਸੀਂ ਸੁਣਿਆ ਹੋਣਾ ਹੈ, ਪੜ੍ਹਿਆ ਹੋਣਾ ਹੈ ਆਪ ਵੀ, ਕਿ ਜਦੋਂ ਬੰਦਾ ਮਰਦਾ ਹੈ ਤਾਂ ਉਹਦੇ ਹੱਥ ਦੇ ਉੱਤੇ ਦੀਵਾ ਜਗਾਓ, ਤਾਂ ਉਹ ਦੀਵੇ ਦੇ ਨਾਲ ਕੀ ਹੋਏਗਾ ਕਿ ਉਹਦੀ ਆਤਮਾ ਨੂੰ ਅਗਲੇ ਲੋਕ ਦੇ ਵਿੱਚ ਚਾਨਣ ਮਿਲੇਗਾ। ਇਹ ਗੁਰਮਤ ਨਹੀਂ ਹੈ, ਇਹ ਜੋ ਆਮ ਲੋਕਾਂ ਦਾ ਵਿਸ਼ਵਾਸ ਹੈ, ਮੈਂ ਉਹਦੀ ਗੱਲ ਕਰ ਰਿਹਾ। ਇਹ ਧਿਆਨ ਰੱਖਣਾ, ਗੁਰਮਤ ਇਸ ਚੀਜ਼ ਨੂੰ ਨਹੀਂ ਮੰਨਦੀ। ਫਿਰ 365 ਦਿਨ, 1 ਸਾਲ ਲਗਾਤਾਰ ਉੱਥੇ ਦੀਵਾ ਜਗਾਉਂਦੇ ਨੇ ਲੋਕ, ਜਿੱਥੇ ਬੰਦਾ ਮਰਿਆ ਹੈ, ਕਿ ਹਰ ਦਿਨ ਦਾ ਦੀਵਾ ਇੱਕ ਦਿਨ ਲਈ ਉਹਨੂੰ ਚਾਨਣ ਕਰੇਗਾ। ਫਿਰ ਉਹਦਾ ਸੰਸਕਾਰ ਕਰਨ ਲੱਗਿਆ ਕਈ ਕੁਛ ਕੀਤਾ ਜਾਂਦਾ ਹੈ, ਨਾਲ ਕੋਈ ਕਾਨਾ ਰੱਖਦੇ ਨੇ, ਕੋਈ ਧਾਗਾ ਰੱਖਦਾ ਹੈ, ਰਾਹ ਵਿੱਚ ਘੜਾ ਭੰਨਿਆ ਜਾਂਦਾ ਹੈ। ਫਿਰ ਕਪਾਲ ਕਿਰਿਆ ਵਗੈਰਾ, ਅੰਤਮ ਸੰਸਕਾਰ ਕਰਨ ਲੱਗਿਆ ਕਈ ਸਾਰੀਆਂ ਕਿਰਿਆਵਾਂ। ਉਸ ਤੋਂ ਬਾਅਦ ਫਿਰ ਫੁੱਲ ਵਗੈਰਾ, ਹੱਡੀਆਂ ਚੁੱਕ ਕੇ ਅਸਥੀਆਂ ਕੋਈ ਗੰਗਾ ਵਿੱਚ ਪਾਉਂਦਾ ਹੈ, ਤੇ ਸਿੱਖ ਅੱਜ ਕੱਲ੍ਹ ਕੀਰਤਪੁਰ ਲੈ ਜਾਣ ਲੱਗ ਗਏ, ਹੋਰ ਕਈ ਲੋਕ ਬਿਆਸ ਵਿੱਚ, ਕਈ ਥਾਵਾਂ ਤੇ। ਉਹਦਾ ਸਾਰਿਆਂ ਦਾ ਮਕਸਦ ਇਹ ਹੈ ਕਿ ਸਾਡੇ ਪ੍ਰਾਣੀ ਨੂੰ ਇਹ ਚੀਜ਼ਾਂ ਮਿਲਣਗੀਆਂ, ਮੁਕਤੀ ਮਿਲੇਗੀ ਜੇ ਅਸੀਂ ਐਵੇਂ ਕਰਾਂਗੇ। ਉਸ ਤੋਂ ਬਾਅਦ ਆ ਕੱਪੜੇ ਲੱਤੇ ਦਿੱਤੇ ਜਾਂਦੇ ਨੇ, ਪਾਠ ਪੂਜਾ ਕਰਾਈ ਜਾਂਦੀ ਹੈ ਕਿ ਮੁਕਤੀ ਹੋਏਗੀ। ਉਸ ਤੋਂ ਬਾਅਦ 1 ਸਾਲ ਕਰੀਬ ਅੱਜ ਕੱਲ ਤਾਂ ਲੋਕ ਛੱਡ ਗਏ ਨੇ, ਪਰ ਪਿੰਡਾਂ ਵਿੱਚ ਪਹਿਲਾਂ 2-3 ਪ੍ਰਸ਼ਾਦੇ 1 ਸਾਲ ਭਾਈ ਜੀ ਨੂੰ ਜਾਂ ਪੰਡਤ ਜੀ ਨੂੰ ਦੇ ਕੇ ਆਉਂਦੇ ਸਨ ਕਿ 1 ਸਾਲ ਦਾ ਭੋਜਨ। ਫਿਰ ਉਸ ਤੋਂ ਬਾਅਦ ਸਰਾਧ, ਉਸ ਤੋਂ ਬਾਅਦ ਫਿਰ ਇੱਕ ਵਰੀਣਾ ਸਾਲ ਬਾਅਦ ਫਿਰ ਕਰਾਉਂਦੇ ਨੇ। ਇਹ ਸਾਰਾ ਕੁਛ ਕਾਹਦੇ ਵਾਸਤੇ ਹੈ ਕਿ ਮਰਨ ਤੋਂ ਬਾਅਦ ਮੁਕਤੀ ਮਿਲੇਗੀ। ਤੇ ਇਹ ਵੀ ਵਹਿਮ ਲੋਕਾਂ ਦੇ ਅੰਦਰ ਸੀ ਕਿ ਜੇ ਐਵੇਂ ਸੰਸਕਾਰ ਕਰੋਗੇ ਨਾ ਤਾਂ ਮੁਕਤੀ ਮਿਲੇਗੀ। ਹਰ ਇੱਕ ਦਾ ਆਪਣਾ ਆਪਣਾ ਵਿਸ਼ਵਾਸ ਹੈ। ਤਾਂ ਗੁਰੂ ਜੀ ਉਸ ਵਿਸ਼ਵਾਸ ਦਾ ਖੰਡਨ ਕਰ ਰਹੇ ਨੇ ਕਿ ਜੋ ਮਰਨ ਤੋਂ ਬਾਅਦ ਜੋ ਅੰਤਮ ਸੰਸਕਾਰ ਦਾ ਜਾਂ ਇਹਨਾਂ ਕਰਮ ਕਾਂਡਾਂ ਦਾ ਮੁਕਤੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਗੁਰਮਤ ਦਾ ਸਿਧਾਂਤ ਹੈ, ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਤਾਂ ਗੁਰੂ ਜੀ ਇਸ ਸ਼ਲੋਕ ਦੇ ਅੰਦਰ ਇਹਨਾਂ ਵਿਚਾਰਾਂ ਰਾਹੀਂ ਸਾਨੂੰ ਇੱਕ ਨਵੀਂ ਸੇਧ ਦੇ ਰਹੇ ਨੇ ਤੇ ਕਹਿੰਦੇ ਨੇ ਮਰਨ ਤੋਂ ਬਾਅਦ ਇੱਕ ਦੱਜ ਹੈ, ਇੱਕ ਦੱਬਿੰਗ ਹੈ, ਇੱਕ ਨਾ ਕੁੱਤੇ ਖਾਹੇ। ਦੱਜੇ ਦਾ ਮਤਲਬ ਸਾੜੇ ਜਾਂਦੇ ਨੇ, ਇੱਕ ਦਾ ਮਤਲਬ ਕਈ ਮਰ ਕੇ ਸਾੜੇ ਜਾਂਦੇ ਨੇ, ਇੱਕ ਦੱਬਿੰਗ ਹੈ, ਇੱਕ ਦੱਬੇ ਜਾਂਦੇ ਨੇ, ਜਿਵੇਂ ਮੁਸਲਮਾਨ ਵੀਰ ਨੇ ਦੱਬ ਦਿੰਦੇ ਨੇ, ਔਰ ਹਿੰਦੂ ਨੇ ਜਾਂ ਸਿੱਖ ਨੇ ਜਾਂ ਹੋਰ ਕਈ ਨੇ ਉਸਾੜਦੇ ਨੇ। ਇੱਕ ਨਾ ਕੁੱਤੇ ਖਾਹੇ, ਤੇ ਇੱਕ ਐਸੇ ਨੇ ਜਿਹੜੇ ਉਹ ਛੱਡ ਦਿੰਦੇ ਨੇ ਕਿ ਲਾਸ਼ ਨੂੰ ਕੁੱਤੇ ਖਾਣਗੇ ਤੇ ਉਹਨਾਂ ਨੂੰ ਖਾਣ ਨੂੰ ਕੁਝ ਮਿਲ ਜਾਏਗਾ ਤੇ ਉਹਦਾ ਭਲਾ ਹੋਏਗਾ, ਸਰੀਰ ਕੰਮ ਆ ਜਾਏਗਾ। ਕਈਆਂ ਨੂੰ ਕੁੱਤੇ ਹੀ ਖਾ ਜਾਂਦੇ ਨੇ। ਇੱਕ ਦੱਜ ਹੈ, ਇੱਕ ਦੱਬਿੰਗ ਹੈ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਆਂ ਹੈ। ਉਸਟੀਆਂ ਨਹੀਂ, ਉਸਟੀਆਂ ਹੈ। ਉਸਟੀਆਂ ਦਾ ਮਤਲਬ ਸੁੱਟੇ ਜਾਂਦੇ ਨੇ। ਕਈ ਲੋਕ ਨੇ ਜਲ ਪ੍ਰਵਾਹ ਕਰ ਦਿੰਦੇ ਨੇ ਕਿ ਜੇ ਗੰਗਾ ਆਦਿਕ ਜਾਂ ਕਿਸੇ ਹੋਰ ਆਪਣੇ ਜਿਹੜੀ ਵੀ ਉਹਨਾਂ ਦਾ ਕਿਸੇ ਦਾ ਤੀਰਥ ਸਥਾਨ ਹੈ, ਉਹ ਪਾਣੀ ਦੇ ਵਿੱਚ ਅਸੀਂ ਜਲ ਪ੍ਰਵਾਹ ਕਰਾਂਗੇ ਤਾਂ ਸਾਡਾ ਮੁਰਦਾ ਜਿਹੜਾ ਹੈ ਉਹਨੂੰ ਮੁਕਤੀ ਮਿਲੇਗੀ। ਐਵੇਂ ਦੇ ਆਪਣੇ ਆਪਣੇ ਵਿਚਾਰ ਨੇ। ਇੱਕ ਪਾਣੀ ਵਿੱਚ ਉਸਟੀਆਂ ਹੈ। ਇੱਕ ਭੀ ਫਿਰ ਹੱਸਣ ਪਾਹੇ, ਇੱਕ ਭੀ ਫਿਰ ਹੱਸਣ ਪਾਹੇ। ਹੱਸਣ ਪਾਹੇ ਦਾ ਮਤਲਬ ਖੂਹ ਵਿੱਚ ਸੁੱਟੇ ਜਾਂਦੇ ਨੇ। ਇੱਕ ਐਸੀ ਵਲਗਣ ਜਿਹਦੇ ਵਿੱਚ ਪਾਰਸੀ ਵਗੈਰਾ ਜਿਵੇਂ ਨੇ ਮੁਰਦਿਆਂ ਨੂੰ ਰੱਖ ਦਿੰਦੇ ਨੇ ਤੇ ਉਹਨਾਂ ਮੁਰਦਿਆਂ ਨੂੰ ਫਿਰ ਗਿਰਜਾਂ ਵਗੈਰਾ ਖਾ ਜਾਂਦੀਆਂ ਨੇ। ਵਲਗਣ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ, ਖੂਹ ਵਿੱਚ ਸੁੱਟ ਦਿੱਤਾ ਜਾਂਦਾ ਹੈ ਕਿ ਉੱਥੇ ਉਹਨੂੰ ਗਿਰਜਾਂ ਵਗੈਰਾ ਖਾ ਜਾਂਦੀਆਂ ਨੇ। ਇਹ ਅੰਤਮ ਸੰਸਕਾਰ ਕਰਨ ਦੇ ਆਪਣੇ ਆਪਣੇ ਢੰਗ ਤਰੀਕੇ ਨੇ ਸਾਰਿਆਂ ਦੇ। ਇੱਕ ਦੱਜ ਹੈ, ਇੱਕ ਸਾੜੇ ਜਾਂਦੇ ਨੇ, ਇੱਕ ਦੱਬਿੰਗ ਹੈ, ਇੱਕ ਦੱਬੇ ਜਾਂਦੇ ਨੇ, ਇੱਕ ਨਾ ਕੁੱਤੇ ਖਾਹੇ, ਇੱਕ ਨਾ ਨੂੰ ਕੁੱਤੇ ਖਾ ਜਾਂਦੇ ਨੇ, ਇੱਕ ਪਾਣੀ ਵਿੱਚ ਉਸਟੀਆਂ ਹੈ, ਇੱਕ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੱਤੇ ਜਾਂਦੇ ਨੇ, ਇੱਕ ਭੀ ਫਿਰ ਹੱਸਣ ਪਾਹੇ, ਤੇ ਕਈ ਸੁੱਕੇ ਖੂਹ ਵਿੱਚ ਰੱਖੇ ਜਾਂਦੇ, ਸੁਨਸਾਨ ਵਲਗਣ ਵਿੱਚ ਰੱਖ ਦਿੱਤੇ ਜਾਂਦੇ। ਨਾਨਕ ਏਵ ਨਾ ਜਾਪਈ, ਕਿੱਥੇ ਜਾਏ ਸਮਾਹੇ। ਪਰ ਗੁਰੂ ਜੀ ਕਹਿੰਦੇ ਨੇ ਏਵ ਦਾ ਮਤਲਬ ਇਸ ਤਰ੍ਹਾਂ
ਏਵ ਦਾ ਮਤਲਬ ਇਸ ਤਰ੍ਹਾਂ ਸਾੜਨ, ਦੱਬਣ, ਪਾਣੀ ਵਿੱਚ ਰੋੜਨ, ਹੱਸਣ ਵਿੱਚ ਪਾਣ ਜਾਂ ਜਲਾਨ ਆਦਿਕ ਦੇ ਨਾਲ ਕਿੱਥੇ ਜਾਏ ਸਮਾਹੇ, ਇਹ ਪਤਾ ਨਹੀਂ ਲੱਗਦਾ ਵੀ ਜੀਵ ਕਿੱਥੇ ਜਾ ਕੇ ਸਮਾਉਂਦੇ ਨੇ, ਭਾਵ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ, ਇਹ ਨਹੀਂ ਪਤਾ ਲੱਗਦਾ, ਇਹਦੀ ਕੋਈ ਗਾਰੰਟੀ ਨਹੀਂ ਹੈ ਕਿ ਦੱਬਣ ਨਾਲ, ਸਾੜਨ ਨਾਲ, ਜਿਹੜੇ ਆ ਸਾਧਨ ਗਿਣੇ ਨੇ ਨਾ ਸਾਰੇ, ਫਿਰ ਮੈਂ ਦੁਬਾਰਾ ਆਪ ਦੇ ਨਾਲ ਸਾਂਝੇ ਕਰਦੇ ਹਾਂ। ਸਾੜਨਾ, ਦੱਬਣਾ, ਕੁੱਤਿਆਂ ਅੱਗੇ ਪਾ ਦੇਣਾ, ਪਾਣੀ ਵਿੱਚ ਸੁੱਟ ਦੇਣਾ, ਹੱਸਣ ਤੇ ਪਾ ਦੇਣਾ। ਏਵ ਨਾ ਜਾਪਈ, ਏਵ ਦਾ ਮਤਲਬ ਐਵੇਂ ਕਰਨ ਨਾਲ, ਜਿਹੜੇ ਇਹ ਕੰਮ ਕੀਤੇ ਗਏ ਨੇ, ਇਹ ਕੰਮ ਕਰਨ ਦੇ ਨਾਲ ਇਹ ਸਬੂਤ ਨਹੀਂ ਮਿਲ ਜਾਂਦਾ ਕਿ ਕਿੱਥੇ ਜਾਏ ਸਮਾਹੇ, ਵੀ ਜੀਵ ਕਿੱਥੇ ਜਾ ਕੇ ਸਮਾ ਗਿਆ, ਕਿ ਉਹਨਾਂ ਨੂੰ ਮੁਕਤੀ ਮਿਲ ਗਈ ਹੈ, ਕਿ ਮਰਨ ਵਾਲਾ ਸਵਰਗ ਵਿੱਚ ਚਲਾ ਗਿਆ ਹੈ। ਇਹਦੇ ਨਾਲ ਕੋਈ ਕਨਫਰਮ ਨਹੀਂ ਹੁੰਦਾ, ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਪੌੜੀ, ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਖਾਧਾ ਪੈਦਾ, ਖਾਧਾ ਦਾ ਮਤਲਬ ਖਾਣਾ, ਪੈਦਾ ਦਾ ਮਤਲਬ ਪਹਿਨਣਾ, ਪਵਿੱਤ ਦਾ ਮਤਲਬ ਪਵਿੱਤਰ, ਮਾਇਆ ਦਾ ਮਤਲਬ ਇੱਥੇ ਹੈ ਧਨ ਦੌਲਤ, ਜੋ ਨਾਮ ਹਰ ਰਾਤੇ ਦਾ ਮਤਲਬ ਜੋ ਰੱਬ ਦੀ ਸਿਫਤ ਸਲਾਹ ਦੇ ਅੰਦਰ ਰੰਗੇ ਗਏ ਨੇ। ਜੋ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਵਿੱਚ ਰੰਗੇ ਹੋਏ ਨੇ, ਰੱਬੀ ਗੁਣਾਂ ਵਿੱਚ ਜਿਨ੍ਹਾਂ ਨੇ ਆਪਣੀ ਸੋਚ ਨੂੰ ਰੰਗਿਆ ਹੈ, ਜੋ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ, ਉਹਨਾਂ ਦਾ ਮਾਇਆ ਯਾਨੀ ਧਨ ਦੌਲਤ ਨੂੰ ਵਰਤਣਾ, ਖਾਣਾ, ਪਹਿਨਣਾ ਸਭ ਕੁਝ ਪਵਿੱਤਰ ਹੈ, ਉਹਨਾਂ ਦਾ ਕੁਝ ਵੀ ਅਪਵਿੱਤਰ ਨਹੀਂ ਹੈ। ਆਮ ਕਰਕੇ ਵੇਖਿਆ ਜਾਂਦਾ ਨਾ ਕਿ ਸੁੱਚਾ ਚੌਂਕਾ ਕਰਨਾ ਹੈ, ਸੁਚਮਤਾ, ਕਈ ਕੁਛ, ਤਾਂ ਗੱਲ ਇਹ ਹੈ ਕਿ ਜਿਨ੍ਹਾਂ ਨੇ ਆਪਣੇ ਆਪੇ ਨੂੰ ਰੱਬੀ ਗੁਣਾਂ ਵਿੱਚ ਰੰਗਿਆ ਹੋਇਆ ਹੈ, ਜਿਨ੍ਹਾਂ ਦੀ ਸੋਚ ਵਿੱਚ ਰੱਬੀ ਗੁਣ ਨੇ, ਉਹਨਾਂ ਦਾ ਖਾਣਾ, ਪਹਿਨਣਾ, ਧਨ ਦੌਲਤ ਸਾਰਾ ਕੁਝ ਹੀ ਪਵਿੱਤਰ ਹੈ, ਕੁਝ ਵੀ ਅਪਵਿੱਤਰ ਨਹੀਂ ਹੈ, ਉਹਨੂੰ ਤਿਆਗਣ ਦੀ ਲੋੜ ਨਹੀਂ ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਉਹਨਾਂ ਦੀ ਕਮਾਈ ਪਵਿੱਤਰ ਹੈ, ਉਹਨਾਂ ਦੀ ਸੋਚ ਪਵਿੱਤਰ ਹੈ, ਬੋਲ ਪਵਿੱਤਰ ਨੇ, ਉਹਨਾਂ ਦਾ ਬਿਹੇਵੀਅਰ ਪਵਿੱਤਰ ਹੈ। ਤਾਂ ਜੋ ਸੱਚੀ ਸੋਚ ਹੈ, ਸੱਚੀ ਸੋਚ ਦੇ ਨਾਲ ਜੋ ਕਮਾਇਆ ਧਨ ਦੌਲਤ ਆਦਿਕ ਹੈ, ਉਹਦੇ ਨਾਲ ਜੋ ਕੁਝ ਅਸੀਂ ਲਿਆ ਰਹੇ ਹਾਂ ਉਹ ਪਵਿੱਤਰ ਹੈ, ਕਿਉਂਕਿ ਅਪਵਿੱਤਰਤਾ ਹੈ ਹੀ ਨਹੀਂ ਹੈ ਨਾ, ਅਪਵਿੱਤਰਤਾ ਨਹੀਂ ਹੈ। ਚੰਗੇ ਕੰਮ ਕੀਤੇ ਨੇ, ਕੋਈ ਠੱਗੀ ਨਹੀਂ, ਕੋਈ ਬੇਈਮਾਨੀ ਨਹੀਂ, ਕੋਈ 2 ਨੰਬਰ ਦੇ ਧੰਦੇ ਨਹੀਂ। ਤਿਨਕੇ ਘਰ, ਮੰਦਰ, ਮਹਿਲ, ਸਰਾਈ, ਇੱਥੇ ਸਰਾਈ ਨਹੀਂ ਪੜਨਾ, ਸਰਾਈ ਬਿੰਦੀ ਲਗਾ ਕੇ, ਸਭ ਪਵਿੱਤ ਹੈ। ਉਹਨਾਂ ਦੇ ਘਰ, ਮੰਦਰ ਦਾ ਮਤਲਬ ਮਕਾਨ ਆਦਿਕ, ਮਹਿਲ, ਸਰਾਈ ਦਾ ਮਤਲਬ ਸਰਾਵਾਂ, ਸਭ ਪਵਿੱਤ ਹੈ। ਉਹਨਾਂ ਦੇ ਘਰ, ਉਹਨਾਂ ਦੇ ਮਹਿਲ, ਉਹਨਾਂ ਦੇ ਮਕਾਨ, ਉਹਨਾਂ ਦੀਆਂ ਸਰਾਵਾਂ, ਸਭ ਕੁਝ ਹੀ ਪਵਿੱਤਰ ਹੈ। ਦੇਖੋ ਇੱਥੇ ਕਿਸੇ ਚੀਜ਼ ਨੂੰ ਤਿਆਗ ਨਹੀਂ ਸਿਖਾਇਆ, ਸਗੋਂ ਗੁਰੂ ਜੀ ਕਹਿ ਰਹੇ ਨੇ ਮਹਾਨ ਨੇ ਉਹਨਾਂ ਦੇ ਘਰ, ਬੇਸ਼ੱਕ ਉਹਨਾਂ ਦੇ ਵੱਡੇ ਮਹਿਲ ਨੇ, ਵੱਡੀਆਂ ਵੱਡੀਆਂ ਸਰਾਵਾਂ ਨੇ, ਵੱਡੇ ਵੱਡੇ ਘਰ ਨੇ, ਔਰ ਬੇਸ਼ੱਕ ਉਹ ਚੰਗੇ ਕੱਪੜੇ ਪਾ ਰਹੇ ਨੇ, ਖਾ ਰਹੇ ਨੇ, ਉਹਨਾਂ ਦੇ ਕੋਲ ਧਨ ਦੌਲਤ, ਸਾਰਾ ਕੁਝ ਪਵਿੱਤਰ ਹੈ ਉਹਨਾਂ ਦਾ। ਕਿਉਂ? ਕਿ ਜੋ ਨਾਮ ਹਰ ਰਾਤੇ ਉਹ ਰੱਬੀ ਗੁਣਾਂ ਦੇ ਅੰਦਰ ਰੰਗੇ ਹੋਏ ਨੇ, ਰੱਬੀ ਰਜ਼ਾ ਦੇ ਅੰਦਰ ਨੇ, ਉਹ ਸਿਸਟਮ ਨੂੰ ਫੋਲੋ ਕਰ ਰਹੇ ਨੇ। 6 ਦੇ 6 ਗੁਣ ਉਹਨਾਂ ਦੇ ਅੰਦਰ ਮੌਜੂਦ ਨੇ, ਜੋ ਆਪਾਂ ਆਮ ਸਾਂਝੇ ਕਰਦੇ ਹਾਂ, ਕਿਉਂਕਿ ਉਹ ਅੱਖਾਂ ਨਾਲ ਹਰ ਇੱਕ ਦੇ ਅੰਦਰ ਰੱਬੀ ਜੋਤ ਨੂੰ ਤੱਕਦੇ ਨੇ, ਜ਼ਬਾਨ ਦੇ ਨਾਲ ਉਹਨਾਂ ਦੇ ਬੋਲ ਮਿੱਠੇ ਪਿਆਰੇ ਨੇ, ਕੰਨਾਂ ਨਾਲ ਉਹ ਸੱਚ ਸੁਣਦੇ ਨੇ, ਹੱਥਾਂ ਦੇ ਉਹਨਾਂ ਦੇ ਕਰਮ ਚੰਗੇ ਨੇ, ਪੈਰਾਂ ਨਾਲ ਉਹ ਚੱਲ ਕੇ ਚੰਗੇ ਪਾਸੇ ਜਾ ਰਹੇ ਨੇ, ਮਨ ਕਰਕੇ ਉਹ ਸੋਚ ਚੰਗਾ ਰਹੇ ਨੇ। ਤੇ ਜਿਸ ਘਰ ਦੇ ਵਿੱਚ ਰਹਿਣਗੇ ਉੱਥੇ ਵੀ ਉਹ ਚੰਗਾ ਸੋਚਣਗੇ, ਚੰਗਾ ਬੋਲਣਗੇ, ਤਾਂ ਘਰ ਪਵਿੱਤਰ ਹੋ ਗਿਆ ਨਾ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੋਈ ਨਗਰ ਉਜਾੜੀ ਜੀ। ਇਹ ਚੀਜ਼ ਨੂੰ ਨਾ ਸਮਝਣ ਲਈ ਮੈਂ ਨਿੱਕੀ ਜੀ ਮਿਸਾਲ ਆਪ ਦੇ ਸਾਹਮਣੇ ਰੱਖਾਂ। ਮੰਨ ਲਓ ਇੱਕ ਬੜਾ ਧਰਮੀ ਇਨਸਾਨ ਹੈ, ਉਹ ਕਿਸੇ ਮਕਾਨ ਵਿੱਚ ਰਹਿ ਰਿਹਾ ਹੈ, ਤੇ ਉਹ ਮਕਾਨ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਚੰਗਾ ਉਹਦਾ ਸੁਭਾਅ ਸੀ, ਚੰਗੀ ਉਹਦੀ ਬੋਲ ਬਾਣੀ ਸੀ, ਚੰਗੇ ਉਹਦੇ ਗੁਣ ਸੀ, ਚੰਗਾ ਉਹਦਾ ਬਿਹੇਵੀਅਰ ਸੀ। ਇਸ ਕਰਕੇ ਉਸ ਮਕਾਨ ਦੇ ਵਿੱਚ ਰਹਿੰਦਾ ਹੋਇਆ ਉਹ ਚੰਗੇ ਕਰਮ ਕਰ ਰਿਹਾ ਸੀ। ਤੇ ਬਾਈ ਦੀ ਵੇ ਉਸ ਮਕਾਨ ਨੂੰ ਵੇਚ ਦਿੰਦਾ ਹੈ, ਔਰ ਉਸ ਮਕਾਨ ਨੂੰ ਵੇਚ ਕੇ ਕਿਤੇ ਹੋਰ ਸ਼ਹਿਰ ਵਿੱਚ ਚਲਾ ਜਾਂਦਾ।
ਤੇ ਉਹ ਮਕਾਨ ਕੋਈ ਐਸਾ ਬੰਦਾ ਖਰੀਦ ਲੈਂਦਾ ਹੈ ਜੋ ਰਿਸ਼ਵਤਖੋਰ ਹੈ, ਜੋ ਚੋਰ ਹੈ, ਜੋ ਕਰੈਕਟਰਲੈਸ ਹੈ, ਜੋ ਬੇਈਮਾਨ ਹੈ, ਠੱਗੀਆਂ ਮਾਰਦਾ ਹੈ, ਤੇ ਉੱਥੇ ਉਹ ਵੈਸ਼ਾਲੇ ਚਲਾ ਰਿਹਾ ਹੈ, ਤਾਂ ਹੁਣ ਮਕਾਨ ਤਾਂ ਉਹੀ ਹੈ ਨਾ, ਮਕਾਨ ਤਾਂ ਉਹੀ ਹੈ, ਪਰ ਉਸ ਮਕਾਨ ਦੇ ਅੰਦਰ ਜੋ ਕਰਮ ਨੇ ਉਹ ਬਦਲ ਗਏ ਨੇ। ਇਸ ਲਈ ਕੋਈ ਜਗ੍ਹਾ ਆਪਣੇ ਆਪ ਵਿੱਚ ਪਵਿੱਤਰ ਔਰ ਅਪਵਿੱਤਰ ਨਹੀਂ ਹੁੰਦੀ, ਉਸ ਜਗ੍ਹਾ ਦੇ ਉੱਤੇ ਰਹਿਣ ਵਾਲਾ ਬੰਦਾ ਕੈਸੇ ਕਰਮ ਕਰਦਾ ਹੈ, ਉਹ ਕਰਮ ਉਹਨੂੰ ਪਵਿੱਤਰ ਜਾਂ ਅਪਵਿੱਤਰ ਬਣਾਉਂਦੇ ਨੇ। ਪੈਸਾ ਪਵਿੱਤਰ ਔਰ ਅਪਵਿੱਤਰ ਨਹੀਂ ਹੈ, ਪੈਸਾ ਤਾਂ ਸਿਰਫ ਪੈਸਾ ਹੈ, ਪੌਂਡ ਤੇ ਪੌਂਡ ਨੇ, ਡਾਲਰ ਡਾਲਰ ਨੇ, ਰੁਪਈਏ ਰੁਪਈਏ ਨੇ। ਉਹਨਾਂ ਨੂੰ ਕਮਾਉਣ ਦਾ ਢੰਗ ਕੀ ਹੈ ਕਿਸੇ ਦਾ, ਉਹ ਉਹਨੂੰ ਪਵਿੱਤਰ ਔਰ ਅਪਵਿੱਤਰ ਬਣਾਉਣਗੇ। ਤਾਂ ਗੁਰੂ ਜੀ ਕਹਿੰਦੇ ਨੇ ਉਹਨਾਂ ਦੇ ਘਰ, ਉਹਨਾਂ ਦੇ ਮਹਿਲ, ਉਹਨਾਂ ਦੀਆਂ ਸਰਾਵਾਂ ਪਵਿੱਤਰ ਨੇ, ਜਿੰਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ। ਅਭਿਆਗਤ ਦਾ ਮਤਲਬ ਇੱਥੇ ਹੈ ਪ੍ਰਾਹੁਣੇ। ਇੱਥੇ ਅਭਿਆਗਤ ਦਾ ਮਤਲਬ ਮੰਗਣ ਵਾਲਾ ਨਹੀਂ, ਅਭਿਆਗਤ ਦਾ ਮਤਲਬ ਪ੍ਰਾਹੁਣੇ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਸ਼ਰਨੀ ਰਹਿਣ ਵਾਲੇ ਨੇ, ਗੁਰੂ ਦੇ ਸੇਵਕ ਨੇ, ਗੁਰੂ ਦੇ ਸੇਵਕ ਨੇ, ਸਿੱਖ ਨੇ। ਜਿਸ ਘਰ ਦੇ ਅੰਦਰ ਗੁਰਮੁਖ ਪਿਆਰੇ ਪ੍ਰਾਹੁਣੇ ਆਣ ਕੇ ਵਸਦੇ ਨੇ, ਉਹ ਘਰ ਪਵਿੱਤਰ ਹੈ। ਉਹ ਘਰ ਪਵਿੱਤਰ ਹੈ ਜਿੱਥੇ ਚੰਗੇ ਇਨਸਾਨ ਆ ਰਹੇ ਨੇ, ਕਿਉਂਕਿ ਰਹਿਣ ਵਾਲਾ ਵੀ ਚੰਗਾ ਹੈ ਤੇ ਉਸ ਰਹਿਣ ਵਾਲੇ ਦੇ ਕੋਲ ਵੀ ਚੰਗੇ ਇਨਸਾਨ ਆ ਕੇ ਰਹਿ ਰਹੇ ਨੇ। ਮਹਿਮਾਨ ਆਉਂਦੇ ਨੇ, ਚੰਗੇ ਆਉਂਦੇ ਨੇ, ਤਾਂ ਉਹ ਘਰ ਪਵਿੱਤਰ ਹੈ। ਤੇ ਜਿੱਥੇ ਰਹਿਣ ਵਾਲਾ ਵੀ ਕਰਪਟ ਹੋਵੇ ਤੇ ਮਿਲਣ ਵਾਲੇ ਵੀ ਰਿਸ਼ਵਤਖੋਰ ਤੇ ਠੱਗ ਫਰੇਬੀ ਹੋਣ, ਤਾਂ ਪ੍ਰੋਬਲਮ ਆ ਗਈ ਨਾ। ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ, ਜਿੰਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ। ਤੁਰੇ ਦਾ ਮਤਲਬ ਘੋੜੇ, ਜੀਨ ਦਾ ਮਤਲਬ ਜੀਨਾ ਜੋ ਪਾਈਆਂ ਜਾਂਦੀਆਂ ਨੇ ਘੋੜਿਆਂ ਉੱਤੇ। ਤਿਨਕੇ ਤੁਰੇ, ਤੁਰੇ ਦਾ ਮਤਲਬ, ਖੁਰਗੀਰ ਦਾ ਮਤਲਬ ਪਸੀਨਾ ਜਜ਼ਬ ਕਰਨ ਵਾਲਾ ਤਾਰੂ। ਜੀਨ ਦੇ ਥੱਲੇ ਕੱਪੜਾ ਪਾਇਆ ਜਾਂਦਾ ਹੈ ਘੋੜੇ ਦੇ ਥੱਲੇ, ਉਹਨੂੰ ਤਾਰੂ ਕਹਿੰਦੇ ਨੇ। ਥੋੜਾ ਜਿਹਾ ਮੋਟਾ ਹੁੰਦਾ ਹੈ ਔਰ ਉਹ ਕੱਪੜਾ ਜਿਹੜਾ ਹੈ ਖਾਸ ਕਰਕੇ ਖੱਦਰ ਵਗੈਰਾ ਦਾ ਹੁੰਦਾ ਹੈ। ਉਹ ਇਸ ਕਰਕੇ ਪਾਉਂਦੇ ਨੇ ਵੀ ਘੋੜੇ ਨੂੰ ਜੋ ਪਸੀਨਾ ਆਏਗਾ ਉਹ ਪਸੀਨੇ ਨੂੰ ਸੋਖਦਾ ਰਹਿੰਦਾ, ਉਹਨੂੰ ਤਾਰੂ ਕਹਿੰਦੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਘੋੜੇ, ਘੋੜਿਆਂ ਤੇ ਪਾਉਣ ਵਾਲੀਆਂ ਜੀਨਾਂ, ਉਹਨਾਂ ਦੇ ਤਾਰੂ ਸਭ ਪਵਿੱਤਰ ਨੇ। ਜਿੰਨੀ ਗੁਰਮੁਖ ਸੇਵਕ ਸੰਤ ਚੜ ਜਾਤੇ। ਸੰਤ ਦਾ ਮਤਲਬ ਸ਼ਾਂਤ ਇਨਸਾਨ, ਸਾਧ ਦਾ ਮਤਲਬ ਭਲੇ ਮਾਨਸ, ਰੱਬ ਦੇ ਪਿਆਰੇ। ਗੁਰਮੁਖ ਸਿੱਖ ਦਾ ਮਤਲਬ ਗੁਰੂ ਦੇ ਸਨਮੁਖ ਹੋਣ ਵਾਲੇ ਸਿੱਖ, ਉਹਨਾਂ ਨੂੰ ਹੀ ਸਾਧ ਸੰਤ ਕਹਿ ਰਹੇ ਨੇ। ਇੱਥੇ ਸਾਧ ਸੰਤ ਕਿਸੇ ਵੱਖਰੇ ਦਾ ਨਾਮ ਨਹੀਂ ਹੈ, ਯਾਨੀ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਭਲੇ ਪੁਰਸ਼ ਨੇ। ਸਾਧ ਦਾ ਮਤਲਬ ਭਲੇ ਪੁਰਸ਼, ਸੰਤ ਦਾ ਮਤਲਬ ਸਚਿਆਰ, ਸਿੱਖ ਦਾ ਮਤਲਬ ਸਿੱਖ। ਉਹ ਸਚਿਆਰ ਭਲੇ ਪੁਰਸ਼ ਸਿੱਖ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਜਿਨ੍ਹਾਂ ਘੋੜਿਆਂ ਜੀਨਾਂ ਉੱਤੇ ਬੈਠ ਕੇ ਉਹ ਜਾਂਦੇ ਨੇ, ਉਹ ਪਵਿੱਤਰ ਨੇ, ਉਹ ਚੰਗੇ ਨੇ, ਭਲੇ ਨੇ। ਗੱਲ ਘੋੜਿਆਂ ਦੀ ਨਹੀਂ ਹੈ, ਘੋੜਾ ਤਾਂ ਵਿਚਾਰਾ ਘੋੜਾ ਹੈ, ਜੀਨ ਤਾਂ ਜੀਨ ਹੈ। ਸਵਾਲ ਹੈ ਕਿ ਘੋੜੇ ਦੇ ਉੱਤੇ ਸਵਾਰੀ ਕਰਨ ਵਾਲਾ ਬੰਦਾ ਕੌਣ ਹੈ। ਇੱਕ ਘੋੜੇ ਦੇ ਉੱਤੇ ਸਵਾਰ ਹੋ ਕੇ ਜਾ ਰਿਹਾ ਹੈ ਡਾਕਟਰ, ਜੋ ਕਿਸੇ ਨੂੰ ਦਵਾਈ ਦੇਣ ਵਾਸਤੇ ਜਾ ਰਿਹਾ ਹੈ, ਕਿਸੇ ਦੀ ਜਾਨ ਨੂੰ ਬਚਾਉਣ ਲਈ। ਉਹਨੇ ਕਿਸੇ ਦੀ ਜਾਨ ਨੂੰ ਬਚਾਇਆ, ਘੋੜਾ ਤੇ ਉਹ ਵੀ ਹੈ, ਘੋੜੇ ਉੱਤੇ ਬੈਠਾ ਹੈ। ਦੂਜੇ ਘੋੜੇ ਦੇ ਉੱਤੇ ਹੈ ਇੱਕ ਡਾਕੂ, ਜਿਸ ਦੇ ਹੱਥ ਵਿੱਚ ਪਿਸਟਲ। ਉਹ ਵੀ ਜਾ ਰਿਹਾ ਹੈ ਤੇ ਉਹ ਜਾ ਰਿਹਾ ਹੈ ਕਿਸੇ ਨੂੰ ਮਾਰਨ ਲਈ, ਲੁੱਟਣ ਲਈ। ਹੁਣ ਕਿਹੜਾ ਘੋੜਾ ਠੀਕ ਕਹੋਗੇ? ਘੋੜਾ ਤਾਂ ਵਿਚਾਰਾ ਘੋੜਾ ਹੈ, ਉਸ ਘੋੜੇ ਨੂੰ ਯੂਜ਼ ਕਿਵੇਂ ਕਰੋਗੇ? ਘੋੜਾ ਮਾੜਾ ਨਹੀਂ ਹੈ। ਹੁਣ ਅੱਜ ਕੱਲ ਕਾਰਾਂ ਨੇ, ਮੋਟਰਸਾਈਕਲਾਂ ਨੇ, ਸਕੂਟਰ ਨੇ। ਇੱਕ ਕਾਰ ਦੇ ਉੱਤੇ ਡਾਕਟਰ ਜਾ ਰਿਹਾ ਹੈ, ਉਹ ਕਿਸੇ ਦੀ ਜਾਨ ਬਚਾਉਣ ਵਾਸਤੇ ਦਵਾਈ ਦਾਰੂ ਦਿੱਤੀ ਬੰਦੇ ਦੀ ਜਾਨ। ਇੱਕ ਕਾਰ ਹੈ, ਉਹਦੇ ਵਿੱਚ 2-4 ਡਾਕੂ ਜਾ ਰਹੇ ਨੇ ਕਿਸੇ ਦੇ ਘਰ ਨੂੰ ਲੁੱਟਣ ਲਈ। ਤਾਂ ਕਿਹੜੀ ਕਾਰ ਨੂੰ ਚੰਗੀ ਕਹੋਗੇ? ਜਿਹੜੀ ਕਾਰ ਕਿਸ ਕੰਮ ਆਈ, ਕਿਸੇ ਦੀ ਜਾਨ ਬਚਾਉਣ ਦੇ ਕੰਮ ਆਈ, ਉਹ ਕਾਰ ਚੰਗੀ ਹੈ ਨਾ। ਤੇ ਜਿਹੜੀ ਕਾਰ ਨੂੰ ਯੂਜ਼ ਕੀਤਾ ਜਾ ਰਿਹਾ ਹੈ ਕਿਸੇ ਦੀ ਜਾਨ ਲੈਣ ਲਈ, ਉਹ ਚੰਗੀ ਨਹੀਂ ਹੈ। ਤਾਂ ਗੱਲ ਇੱਥੇ ਕਾਰ ਦੀ ਨਹੀਂ, ਗੱਲ ਇੱਥੇ ਘੋੜਿਆਂ ਦੀ ਨਹੀਂ ਹੈ, ਗੱਲ ਵਰਤੋਂ ਦੀ ਹੈ ਕਿ ਵਰਤੋਂ ਕਿਵੇਂ ਕਰਦੇ ਹੋ। ਘੋੜੇ ਮਾੜੇ ਨਹੀਂ, ਕਾਰਾਂ ਮਾਰੀਆਂ ਨਹੀਂ, ਕਾਰਾਂ ਰੱਖੋ,
ਤੁਸੀਂ ਹੈਲੀਕਾਪਟਰ ਖਰੀਦੋ, ਜਹਾਜ਼ ਖਰੀਦੋ, ਇਹਨਾਂ ਦੀ ਮਨਾਹੀ ਨਹੀਂ ਹੈ, ਪਰ ਇਹਨਾਂ ਨੂੰ ਯੂਜ਼ ਕਿਵੇਂ ਕਰਨਾ ਹੈ, ਯੂਜ਼ ਕਾਦੇ ਵਾਸਤੇ ਕਰ ਰਹੇ ਹੋ, ਔਰ ਇਹ ਤੁਹਾਡੀ ਕਿਸ ਕਮਾਈ ਦੇ ਨਾਲ ਖਰੀਦੇ ਜਾ ਰਹੇ ਨੇ। ਕਾਰ ਖਰੀਦੀ ਹੈ ਤੇ ਕਮਾਈ ਕਿਹੋ ਜੀ ਸੀ, ਉਹਨੂੰ ਯੂਜ਼ ਕਿਵੇਂ ਕਰ ਰਹੇ ਹੋ। ਤਾਂ ਗੁਰੂ ਜੀ ਕਹਿੰਦੇ ਨੇ ਉਹਨਾਂ ਦੇ ਘੋੜੇ, ਉਹਨਾਂ ਦੀਆਂ ਜੀਨਾਂ, ਉਹਨਾਂ ਦੀਆਂ ਕਾਠੀਆਂ, ਉਹ ਸਾਰੇ ਪਵਿੱਤਰ ਨੇ, ਜਿਨ੍ਹਾਂ ਦੇ ਉੱਤੇ ਗੁਰੂ ਕੇ ਸਿੱਖ ਸਚਿਆਰ ਭਲੇ ਪੁਰਸ਼ ਚੜ ਕੇ ਜਾਂਦੇ ਨੇ। ਯਾਨੀ ਇਹਨਾਂ ਕਾਰਜਾਂ ਵਾਸਤੇ ਵਰਤੋ ਇਹਨਾਂ ਚੀਜ਼ਾਂ ਨੂੰ। ਇਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ। ਸਾਤੇ ਦਾ ਮਤਲਬ ਸਦਾ ਸਥਿਰ ਰਹਿਣ ਵਾਲਾ। ਉਹਨਾਂ ਦੇ ਸਾਰੇ ਕਰਮ ਧਰਮ, ਸਾਰੇ ਕਾਰਜ ਪਵਿੱਤਰ ਨੇ, ਜੋ ਹਮੇਸ਼ਾ ਰੱਬੀ ਗੁਣਾਂ ਦੀ ਗੱਲ ਕਰਦੇ, ਜੋ ਰੱਬੀ ਰਜ਼ਾ ਵਿੱਚ ਤੁਰਦੇ ਨੇ ਔਰ ਰੱਬੀ ਗੁਣਾਂ ਦੀ ਗੱਲ ਕਰਦੇ ਨੇ। ਉਹਨਾਂ ਦੇ ਸਾਰੇ ਕੰਮ ਹੀ ਪਵਿੱਤਰ ਨੇ। ਚਾਹੇ ਉਹ ਧਾਰਮਿਕ ਕੰਮ ਕਰ ਰਹੇ ਨੇ, ਉਹ ਵੀ ਪਵਿੱਤਰ ਨੇ। ਜੇ ਉਹ ਰਾਜਨੀਤਿਕ ਦੁਨੀਆ ਵਿੱਚ ਨੇ ਤਾਂ ਵੀ ਪਵਿੱਤਰ ਨੇ। ਜੇ ਉਹ ਆਰਥਿਕ ਦੁਨੀਆ ਵਿੱਚ ਨੇ, ਉਹ ਕੰਮ ਵੀ ਪਵਿੱਤਰ ਨੇ, ਜਿਹੜੇ ਗੁਣਾਂ ਦੇ ਨਾਲ ਜੁੜੇ ਹੋਏ ਨੇ। ਦੇਖੋ, ਜੇ ਕੋਈ ਗੁਣੀ ਇਨਸਾਨ ਬਾਦਸ਼ਾਹ ਬਣੇਗਾ ਨਾ, ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ, ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਨੇ, ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰਾਜ ਕਾਇਮ ਕੀਤਾ ਨਾ, ਤਾਂ ਉਹਨਾਂ ਨੇ ਸਿੱਕਾ ਆਪਣੇ ਨਾਮ ਦਾ ਨਹੀਂ ਚਲਾਇਆ, ਸਿੱਕਾ ਗੁਰੂ ਦੇ ਨਾਮ ਦਾ ਚਲਾਇਆ। ਯਾਨੀ ਆਪਣੀ ਈਗੋ ਨਹੀਂ ਹੈ। ਤੇ ਦੂਜੇ ਨੰਬਰ ਤੇ ਜੋ ਸਭ ਤੋਂ ਪਹਿਲਾ ਕੰਮ ਕੀਤਾ, ਉਹ ਕੰਮ ਇਹ ਸੀ ਵੀ ਜ਼ਿਮੀਂਦਾਰਾ ਸਿਸਟਮ ਨੂੰ ਖਤਮ ਕੀਤਾ। ਕਿਉਂਕਿ ਜ਼ਮੀਨਾਂ ਹੁੰਦੀਆਂ ਸਨ ਜ਼ਿਮੀਂਦਾਰਾਂ ਕੋਲ, ਮਾਲਕ ਉਹ ਸਨ ਜਗੀਰਦਾਰ, ਜਗੀਰਦਾਰੀ ਸਿਸਟਮ। ਤੇ ਜਿਹੜੇ ਕਿਸਾਨ ਸਨ, ਉਹ ਸਾਰਾ ਸਾਲ ਪੈਲੀ ਵਾਹੁੰਦੇ ਸਨ, ਫਸਲ ਉਗਾਉਂਦੇ ਸਨ, ਤੇ ਸਾਰੀ ਦੀ ਸਾਰੀ ਫਸਲ ਜ਼ਮੀਨ ਜਗੀਰਦਾਰ ਕੋਲ ਚਲੀ ਜਾਂਦੀ ਸੀ, ਤੇ ਕਿਸਾਨ ਨੂੰ ਅੱਗੋਂ ਥੋੜਾ ਬਹੁਤਾ ਉਹਦੇ ਗੁਜ਼ਾਰੇ ਵਾਸਤੇ ਦੇ ਦਿੱਤਾ ਜਾਂਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਜਗੀਰਦਾਰਾ ਜ਼ਿਮੀਂਦਾਰਾ ਸਿਸਟਮ ਨੂੰ ਖਤਮ ਕਰਕੇ ਜਿਹੜੀ ਪੈਲੀਆਂ ਸਨ ਉਹ ਕਿਸਾਨਾਂ ਵਿੱਚ ਵੰਡੀਆਂ, ਕਿ ਜਿਹੜਾ ਕਿਰਤੀ ਬੰਦਾ ਹੈ, ਜਿਹੜਾ ਵਾਹ ਰਿਹਾ ਹੈ, ਪੈਲੀ ਉਹਦੀ ਹੈ। ਜਾਤੀਵਾਦ ਨੂੰ ਖਤਮ ਕੀਤਾ। ਤਾਂ ਜੇ ਹੁਣ ਉਹ ਬੰਦੇ ਦੀ ਸੋਚ ਮਹਾਨ ਹੈ, ਤਾਂ ਉਹਦਾ ਇਹ ਰਾਜਨੀਤੀ ਵਾਲਾ ਕਾਰਜ ਕੀਤਾ ਸਫਲਾ ਹੋ ਗਿਆ ਨਾ, ਪਵਿੱਤਰ ਹੋ ਗਈ ਨਾ ਰਾਜਨੀਤੀ ਵੀ। ਲੇਕਿਨ ਦੂਜੇ ਪਾਸੇ, ਉਸ ਤੋਂ ਦੂਜੇ ਪਾਸੇ ਦੇਖਦੇ ਹਾਂ, ਔਰੰਗਜ਼ੇਬ ਰਾਜਾ ਬਾਦਸ਼ਾਹ ਤਾਂ ਹੈ, ਲੇਕਿਨ ਉਹ ਦੂਜੇ ਕਿਸੇ ਧਰਮ ਨੂੰ ਖਤਮ ਕਰ ਦੇਣਾ ਚਾਹੁੰਦਾ ਹੈ, ਦੂਜਿਆਂ ਦੀ ਆਜ਼ਾਦੀ ਖੋਹ ਰਿਹਾ, ਤਾਂ ਉਹ ਅਪਵਿੱਤਰ ਹੋ ਗਿਆ ਨਾ ਬੰਦਾ। ਇਸ ਲਈ ਗੱਲ ਰਾਜ ਦੀ ਨਹੀਂ ਹੈ ਕਿ ਰਾਜ ਕਰਨਾ ਮਾੜਾ ਨਹੀਂ, ਰਾਜ ਚੰਗਾ ਹੈ, ਔਰ ਉਹਨਾਂ ਦਾ ਰਾਜ ਕਰਨਾ ਚੰਗਾ ਹੈ ਜਿਨ੍ਹਾਂ ਦੇ ਅੰਦਰ ਗੁਣ ਨੇ। ਇਸ ਲਈ ਮੈਂ ਆਮ ਬੇਨਤੀ ਕਰਦਾ ਹੁੰਨਾ ਕਿ ਜਿਹੜੇ ਚੰਗੇ ਬੰਦੇ ਨੇ, ਗੁਣੀ ਇਮਾਨਦਾਰ, ਉਹ ਆਮ ਇਹ ਕਹਿ ਦਿੰਦੇ ਨੇ ਜੀ ਅਸੀਂ ਰਾਜਨੀਤੀ ਚੋਂ ਕੀ ਲੈਣਾ ਹੈ। ਭਲੇ ਪੁਰਸ਼ੋ, ਤੁਹਾਡੇ ਇਹਨਾਂ ਕੰਮਾਂ ਕਰਕੇ ਹੀ ਬੇਈਮਾਨ ਲੋਕ ਅੱਗੇ ਆ ਜਾਂਦੇ ਨੇ। ਇਸ ਲਈ ਇਮਾਨਦਾਰ ਜੋ ਲੋਕ ਨੇ, ਉਹਨਾਂ ਨੂੰ ਰਾਜਨੀਤੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਔਰ ਜੋ ਆਮ ਜਨਤਾ ਹੈ, ਉਹ ਜੋ ਇਮਾਨਦਾਰ ਲੋਕ ਨੇ, ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ। ਰਾਜਨੀਤੀ ਦੇ ਅੰਦਰ ਪਵਿੱਤਰਤਾ ਆਏਗੀ, ਰਾਜਨੀਤੀ ਫਿਰ ਸਾਫ਼ ਸੁਥਰੀ ਹੋਵੇਗੀ। ਇਸੇ ਤਰ੍ਹਾਂ ਸਮਾਜ ਦੀ ਦੁਨੀਆ ਵਿੱਚ ਜੋ ਜੀ ਰਹੇ ਨੇ, ਜੋ ਨਾਮ ਹਰ ਰਾਤੇ, ਜੋ ਹਰੀ ਨਾਮ ਬੋਲਦੇ ਨੇ, ਜੋ ਰੱਬੀ ਗੁਣਾਂ ਦੀ ਗੱਲ ਕਰਦੇ ਨੇ, ਤਾਂ ਸਮਾਜ ਦੇ ਅੰਦਰ ਦੇਖੋ ਜਾਤੀਵਾਦ ਫੈਲਿਆ ਹੋਇਆ ਨਾ। ਅੱਜ ਵੀ ਜਾਤੀਵਾਦ ਦੇ ਨਾਮ ਦੇ ਉੱਤੇ ਦੰਗੇ ਫਸਾਦ ਹੁੰਦੇ ਨੇ, ਅੱਜ ਵੀ ਲੋਕ ਨਫ਼ਰਤ ਕਰਦੇ ਨੇ, ਇਸ ਪੜ੍ਹੇ ਲਿਖੇ ਯੁੱਗ ਵਿੱਚ ਵੀ। ਤੇ ਜਿਹੜਾ ਬੰਦਾ ਰੱਬੀ ਗੁਣਾਂ ਦੀ ਗੱਲ ਕਰੇਗਾ, ਉਹਦਾ ਸੋਸ਼ਲ ਲਾਈਫ ਜਿਹੜੀ ਉਹਦੀ, ਉਹ ਵੀ ਪਵਿੱਤਰ ਹੋਏਗੀ। ਉਹ ਉੱਥੇ ਜਾਤੀਵਾਦ ਦੀ ਗੱਲ ਨਹੀਂ, ਜੋਤ ਦੀ ਗੱਲ ਕਰੇਗਾ। ਤੇ ਜੇ ਕੋਈ ਇਮਾਨਦਾਰ ਬੰਦਾ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ, ਜਿਹੜੇ ਸੱਚੇ ਪ੍ਰਭੂ ਦੇ ਗੁਣਾਂ ਨੂੰ ਬੋਲਣ ਵਾਲੇ ਨੇ, ਜੇ ਉਹ ਵਪਾਰ ਕਰਨਗੇ, ਉਹ ਦੁਕਾਨ ਕਰਨ, ਆੜਤ ਕਰਨ, ਵਪਾਰ ਕਰਨ, ਤਾਂ ਉੱਥੇ ਉਹ ਦੋ ਨੰਬਰ ਦੇ ਧੰਦੇ ਨਹੀਂ ਕਰਨਗੇ। ਉਹਨਾਂ ਦਾ ਵਪਾਰ ਕੀਤਾ ਪਵਿੱਤਰ ਹੈ, ਉਹਨਾਂ ਦੀ ਦੁਕਾਨ ਕੀਤੀ ਪਵਿੱਤਰ ਹੈ। ਤੇ ਜੇ ਕੋਈ ਬੰਦਾ ਜੌਬ ਕਰੇਗਾ, ਤਾਂ ਜਿਹੜਾ ਰੱਬੀ ਗੁਣਾਂ ਵਾਲਾ ਬੰਦਾ ਹੈ, ਉਹ ਆਪਣੀ ਇਮਾਨਦਾਰੀ ਦੇ ਨਾਲ ਆਪਣੀ ਜੌਬ ਨੂੰ ਨਿਭਾਏਗਾ, ਇਮਾਨਦਾਰੀ ਨਾਲ, ਉਤਸ਼ਾਹ ਦੇ ਨਾਲ। ਜੇ ਉਹ ਧਾਰਮਿਕ ਦੁਨੀਆ ਵਿੱਚ ਹੈ, ਤਾਂ ਜਿਹੜਾ ਰੱਬੀ ਗੁਣਾਂ ਦੀ ਗੱਲ ਕਰਨ ਵਾਲਾ ਨਾ, ਧਾਰਮਿਕ ਦੁਨੀਆ ਦੇ ਅੰਦਰ ਇਮੋਸ਼ਨਲ ਬਲੈਕਮੇਲ ਨਹੀਂ ਕਰੇਗਾ, ਜਿਵੇਂ ਅੱਜ ਕੱਲ ਕੀਤਾ ਜਾ ਰਿਹਾ ਹੈ। ਕਿੰਨੀ ਜਨਤਾ ਦਾ ਇਮੋਸ਼ਨਲ ਬਲੈਕਮੇਲ ਕੀਤਾ ਜਾ ਰਿਹਾ, ਧਰਮ ਦੇ ਨਾਮ ਤੇ ਕਿੰਨੇ ਪਖੰਡ ਫੈਲਾ ਦਿੱਤੇ ਨੇ। ਧਾਰਮਿਕ ਲੋਕਾਂ ਨੇ ਜਿਹੜੇ ਬਹੁ ਗਿਣਤੀ ਨੇ, ਸਾਰਿਆਂ ਦੀ ਗੱਲ ਨਹੀਂ ਮੈਂ ਕਰ ਰਿਹਾ,
ਕਿੰਨੇ ਸਾਰੇ ਐਸੇ ਬਾਬੇ ਨੇ ਜਿਨ੍ਹਾਂ ਨੇ ਭੂਤਾਂ ਪ੍ਰੇਤਾਂ ਦੇ ਵਹਿਮ ਪਾਏ ਹੋਏ ਨੇ। ਭੂਤ ਪ੍ਰੇਤ ਹੈ ਹੀ ਨਹੀਂ, ਵਹਿਮ ਪਾਏ ਨੇ ਨਾ ਲੋਕਾਂ ਵਿੱਚ। ਇੱਥੇ ਜੀ ਤੁਸੀਂ ਇੰਨੇ ਪੂਰਨਮਾਸ਼ੀ ਸਾਡੇ ਕੋਲ ਆ ਜਾਓ ਤੇ ਤੁਹਾਡੇ ਮੁਕੱਦਮੇ ਜਿੱਤ ਜਾਣਗੇ ਝੂਠੇ ਲੋਕ। ਤਾਂ ਜੋ ਧਰਮ ਦੀ ਦੁਨੀਆ ਵਿੱਚ ਹੋਏਗਾ ਨਾ ਇਮਾਨਦਾਰ ਆਦਮੀ, ਰੱਬੀ ਗੁਣਾ ਵਾਲਾ, ਉਹਦਾ ਧਰਮ ਵੀ ਪਵਿੱਤਰ ਹੈ, ਉਹਦੇ ਸਾਰੇ ਕਾਰਜ ਪਵਿੱਤਰ ਨੇ। ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤਰ ਹੈ, ਉਹਨਾਂ ਦਾ ਗ੍ਰਸਤ ਪਵਿੱਤਰ ਹੈ। ਕਿੰਨਾ ਦਾ? ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ, ਸਾਤੇ ਦਾ ਮਤਲਬ ਸਦਾ ਥਿਰ ਰਹਿਣ ਵਾਲਾ ਹਰੀ। ਜੋ ਹਰੀ ਦੇ ਗੁਣਾਂ ਦਾ ਉਚਾਰਨ ਕਰਦੇ ਨੇ, ਜੋ ਹਰੀ ਦੇ ਗੁਣਾਂ ਦੇ ਧਾਰਨੀ ਹੁੰਦੇ ਨੇ, ਉਹਨਾਂ ਦੇ ਸਾਰੇ ਕਰਮ ਧਰਮ ਕਾਰਜ ਸਭ ਕੁਝ ਪਵਿੱਤਰ ਹੈ, ਮਹਾਨ ਹੈ ਉਹਨਾਂ ਦਾ ਜੀਣਾ। ਜਿਨ ਕੈ ਪੋਤੈ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿਜਾਤੇ। ਪੋਤੇ ਦਾ ਮਤਲਬ ਪੱਲੇ, ਦਿਮਾਗ ਵਿੱਚ, ਮਨ ਵਿੱਚ, ਸੋਚ ਅੰਦਰ। ਪੁੰਨ ਦਾ ਮਤਲਬ ਨੇਕੀ। ਜਿਨ੍ਹਾਂ ਦੇ ਪਹਿਲੇ ਕੀਤੇ ਜਿਹੜੇ ਕਰਮ ਨੇ ਨਾ, ਪਹਿਲੇ ਦਾ ਮਤਲਬ ਇਹ ਨਹੀਂ ਪਿਛਲੇ ਜਨਮਾਂ ਵਿੱਚ ਜੋ ਅਸੀਂ ਪਿੱਛੇ ਜੀ ਚੁੱਕੇ ਹਾਂ, ਜਿਨ੍ਹਾਂ ਦੇ ਅੰਦਰ ਚੰਗੇ ਸੰਸਕਾਰ ਨੇ, ਨੇਕੀਆਂ ਵਾਲੇ ਸੰਸਕਾਰ ਨੇ। ਪੁੰਨ ਦਾ ਮਤਲਬ ਨੇਕੀਆਂ, ਚੰਗੇ ਸੰਸਕਾਰ ਨੇ, ਜਿਨ੍ਹਾਂ ਦੇ ਅੰਦਰ ਪੋਜ਼ਿਟਿਵ ਨਿਊਰਨਲ ਪੈਟਰਨ ਬਣੇ ਹੋਏ ਨੇ। ਸੇ ਗੁਰਮੁਖ ਸਿੱਖ ਗੁਰੂ ਪਹਿਜਾਤੇ। ਉਹ ਜਿਹੜੇ ਸਿੱਖ ਨੇ ਨਾ, ਗੁਰੂ ਦੀ ਸ਼ਰਨੀ ਪੈਣ ਵਾਲੇ, ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ। ਜਿਨ੍ਹਾਂ ਦੇ ਅੰਦਰ ਚੰਗੇ ਸੰਸਕਾਰ ਨੇ, ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ। ਤੇ ਦੂਜੀ ਗੱਲ ਇਹ ਹੈ ਕਿ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਆਪਣੀ ਸੋਚ ਨੂੰ ਛੱਡ ਕੇ, ਉਹਨਾਂ ਦੇ ਪੱਲੇ ਫਿਰ ਨੇਕੀਆਂ ਆ ਜਾਂਦੀਆਂ ਨੇ। ਜਿਨ੍ਹਾਂ ਦੇ ਸੰਸਕਾਰ ਚੰਗੇ ਨੇ, ਉਹ ਗੁਰੂ ਦੇ ਚਰਨਾਂ ਵੱਲ ਆਟੋਮੈਟਿਕਲੀ ਜਾ ਹੀ ਰਹੇ ਨੇ। ਤੇ ਜੇ ਕੋਈ ਮਾੜੀ ਸੋਚ ਵਾਲਾ ਬੰਦਾ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਏ, ਗੁਰੂ ਦੇ ਦਿੱਤੇ ਜੀਵਨ ਰਾਹ ਨੂੰ ਅਪਣਾ ਲੈ, ਤਾਂ ਉਹਦੀ ਜ਼ਿੰਦਗੀ ਵਿੱਚ ਵੀ ਨੇਕੀਆਂ ਆ ਜਾਣਗੀਆਂ। ਇੱਥੇ ਸੱਜਣ ਵਰਗੇ ਤਰ ਗਏ, ਕੋਡੇ ਵਰਗੇ ਤਰ ਗਏ, ਅਜਾਮਲ ਵਰਗੇ ਤਰ ਗਏ, ਵੈਸ਼ਾ ਤਰ ਗਈ। ਅਨੰਤ ਲੋਕ ਜਿਹੜੇ ਵਿਕਾਰਾਂ ਦੇ ਅੰਦਰ ਖਚਤ ਸਨ, ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਚੰਗੇ ਜੀਵਨ ਵਾਲੇ ਬਣ ਗਏ। ਸਾਡੇ ਅੰਦਰ ਪੋਸੀਬਿਲਿਟੀ ਹੈ, ਹਰ ਇਨਸਾਨ ਦੇ ਅੰਦਰ ਸੰਭਾਵਨਾ ਹੈ। ਜਿਹੜਾ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਲਏਗਾ, ਉਹਦੀਆਂ ਬਦੀਆਂ ਨੇਕੀਆਂ ਦੇ ਅੰਦਰ ਬਦਲ ਜਾਣਗੀਆਂ। ਉਹਦੀ ਚਿੰਤਾ ਖੁਸ਼ੀ ਵਿੱਚ ਕਨਵਰਟ ਹੋ ਸਕਦੀ ਹੈ, ਉਹਦੀ ਹਾਰ ਜਿੱਤ ਵਿੱਚ ਬਦਲ ਸਕਦੀ ਹੈ। ਮੀਨਸ ਕਿ ਜ਼ਿੰਦਗੀ ਨੂੰ ਅਸੀਂ ਬਦਲ ਸਕਦੇ ਹਾਂ, ਖੁਸ਼ੀਆਂ ਖੇੜਿਆਂ ਆਨੰਦ ਪ੍ਰਸੰਨਤਾ ਵਾਲੀ ਜ਼ਿੰਦਗੀ ਜੀ ਸਕਦੇ ਹਾਂ ਜੇ ਅਸੀਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਚਲੇ ਜਾਈਏ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਸ਼ੁਭ ਸੰਸਕਾਰ ਨੇ, ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ ਔਰ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਿਆ ਕਰਦੇ ਨੇ। ਗੁਰੂ ਦੀ ਰਹਿਮਤ ਕਰਨ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵਾਂ ਨੂੰ ਵਿਚਾਰੀਏ ਔਰ ਗੁਰਬਾਣੀ ਦੀ ਹਰ ਪੰਕਤੀ ਦੇ ਵਿੱਚੋਂ ਇਹ ਵੇਖਣ ਦਾ ਯਤਨ ਕਰੀਏ ਕਿ ਇਸ ਪੰਕਤੀ ਚੋਂ ਸਾਨੂੰ ਜ਼ਿੰਦਗੀ ਜੀਣ ਵਾਸਤੇ ਕੀ ਉਪਦੇਸ਼ ਦਿੱਤਾ ਜਾ ਰਿਹਾ ਹੈ। ਜਿਹੜਾ ਉਪਦੇਸ਼ ਜ਼ਿੰਦਗੀ ਜੀਣ ਵਾਸਤੇ ਦਿੱਤਾ ਜਾ ਰਿਹਾ ਹੈ, ਅਸੀਂ ਉਸ ਉਪਦੇਸ਼ ਦੇ ਧਾਰਨੀ ਹੋ ਜਾਈਏ ਤਾਂ ਹਕੀਕਤ ਹੈ ਇਹ ਜ਼ਿੰਦਗੀ ਵੀ ਬਦਲੇਗੀ ਔਰ ਸਮਾਜ ਵੀ ਬਦਲੇਗਾ। ਐਸਾ ਜੀਵਨ ਜੀਣਾ ਸਾਡਾ ਸਾਰਿਆਂ ਦਾ ਹੱਕ ਵੀ ਹੈ ਔਰ ਸਾਡਾ ਸਾਰਿਆਂ ਦਾ ਫਰਜ਼ ਵੀ ਹੈ। ਤਾਂ ਅੱਜ ਦੀ ਵਿਚਾਰ ਮੈਂ ਇੱਥੇ ਸਮਾਪਤ ਕਰਦਾ ਜੀ। ਜੇ ਅੱਜ ਦੇ ਵਿਚਾਰ ਵਿੱਚ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਸਵਾਲ ਕਰ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਆਪਣੇ ਵਿਊਜ਼ ਵੀ ਦੇ ਸਕਦੇ ਹੋ। ਹੋਈਆਂ ਭੁੱਲਾਂ ਦੀ ਖਿਮਾ। ਅਗਲੀ ਕਲਾਸ ਦੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ